ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਦਿਨ ਸੋ ਰਾਤ ਚਿਤਵੋ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ ਨਾਨਕ ਹਰਿ ਸੰਗ ਮੀਤ। ਤੁਮਚੋ ਸੱਜਣ ਮੈਂਡਿਆ ਦੇਈ ਸਿਸ ਉਤਾਰ। ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ। ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਣਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਤੂੰ ਚੋ ਸੱਜਣ ਮੈਂਡਿਆ ਦੇਈ ਸਿਸ ਉਤਾਰ। ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਦੀਨ ਬੰਧੂ ਸਰਬ ਵਿਆਪੀ ਨਿਰੰਕਾਰ ਅਕਾਲ ਪੁਰਖ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਸੇ ਸਰੂਪ ਸਮੂਹ ਭਗਤਾਂ ਤੇ ਸਮੂਹ ਗ੍ਰੰਥਾਂ ਦੇ ਸਮੇਤ ਹਾਜ਼ਰ ਹਜ਼ੂਰ ਸ਼ਬਦ ਅਵਤਾਰ ਜੁਗ ਜੁਗ ਟਲ ਗੁਰੂਆਂ ਦੇ ਗੁਰੂ ਆਦਿ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਤਾ ਯੋਗ ਹੋ। ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੀਵਾਨ ਸਜਦੇ ਹਨ ਗੁਰੂ ਕੇ ਚਰਨਾਂ 'ਚ। ਭਾਗਾਂ ਵਾਲੀਆਂ ਆਤਮਾ ਗੁਰੂ ਰਸਨਾ ਤੋਂ ਉਚਾਰੀ ਹੋਈ ਪਵਿੱਤਰ ਬਾਣੀ ਦੇ ਨਿਤਨੇਮ ਕਰਦੇ ਹਨ। ਰੱਬੀ ਬਾਣੀ ਦਾ ਕੁਝ ਕੁ ਹਿੱਸਾ ਸ਼ਬਦਾਂ ਦਾ ਸਲੋਕਾਂ ਦਾ ਗੁਰਮੁਖੀ ਕਰਦੇ ਹਨ। ਪ੍ਰੰਤ ਗੁਰੂ ਚਰਨਾਂ 'ਚ ਅਰਦਾਸ ਰੂਪ ਵਿੱਚ ਹਾਜ਼ਰੀ ਲਵਾਈ ਜਾਂਦੀ ਹੈ। ਸਭ ਤੋਂ ਸੁਨਹਿਰੀ ਅਤੇ ਚੰਗਾ ਮੌਕਾ ਅਰਦਾਸ ਵਿੱਚ ਸ਼ਾਮਿਲ ਹੋਣਾ ਹੈ। ਬੋਲਣਾ ਇੱਕ ਨੇ ਹੈ, ਅਰਦਾਸ ਸਾਰਿਆਂ ਵੱਲੋਂ ਹੁੰਦੀ ਹੈ। ਦੋਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ। ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ। ਪ੍ਰੰਤ ਗੁਰੂ ਕਾ ਹੁਕਮਨਾਮਾ ਮੁੱਖ ਵਾਕ ਸੰਗਤਾਂ ਹਰ ਰੋਜ਼ ਸਰਵਣ ਕਰਦੀਆਂ ਨੇ। ਤੇ ਫਿਰ ਲੜੀਵਾਰ ਸਾਹਿਬਾਂ ਦੀ ਬਾਣੀ ਦੇ ਚੱਲ ਰਹੇ ਪਾਠ ਤੇ ਕਥਾ ਵਿਚਾਰ ਹਰ ਰੋਜ਼ ਹੁੰਦੀ ਹੈ। ਥੋੜ੍ਹੇ ਥਿਣੇ ਦਿਨਾਂ ਦਾ ਸਮੇਂ ਦਾ ਜੋ ਵਿਸਾਖੀ ਦਾ ਦਿਹਾੜਾ ਲੰਘਿਆ ਹੈ, ਖਾਲਸੇ ਦਾ ਜਨਮ ਦਿਨ, ਖਾਲਸੇ ਦਾ ਪ੍ਰਗਟ ਹੋਣਾ ਜਿਹੜਾ ਸਦਾ ਵਾਸਤੇ ਰਹਿਣਾ ਹੈ। ਜੋ ਵੀ ਸਰੂਪ ਦੁਨੀਆ 'ਤੇ ਸਰੀਰ ਲੈ ਕੇ ਆਇਆ ਉਹਨੇ ਸਰੀਰ ਜ਼ਰੂਰ ਛੱਡਿਆ। ਸਿੱਖ ਜਾਤੀ ਜਗ ਨਾ ਕੋਈ ਥਿਰ ਰਹਿਆ। ਜਿਸ ਆਸਣ ਹਮ ਬੈਠੇ ਕੇਤੇ ਵੈਸ ਗਿਆ। ਇਹ ਧਰਤੀ, ਇਹ ਚੰਦਰਮਾ, ਸੂਰਜ, ਇਹ ਪੰਜੇ ਤੱਤ ਪੌਣ ਪਾਣੀ ਆਦਿਕ ਪਰਮੇਸ਼ਰ ਦੇ ਹੁਕਮ ਵਿੱਚ ਸਰਯੁਗ ਦੇ ਬਣੇ ਹੈ। ਸੋਈ ਦਿਨਿਅਰ ਚੜੇ ਸੁਤਾਰੇ ਸੋਈ ਦਿਨਿਅਰ ਤਪਤ ਰਹੇ। ਸੋ ਇਸ ਆਦਿਕ ਪੰਕਤੀਆਂ ਨੇ ਸੋ ਦੇਵ ਸੋਚਾ ਪਵਨ ਚਲਾਰੇ ਜੁਗ ਜੀਵ ਖੇਲੇ ਤਾ ਥਾਵ ਕੈਸੇ। ਕਰੋ ਵਿਚਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰਿਸ਼ਟੀ ਦੀ ਸਾਜਣਾ ਕੀਤੀ ਹੈ ਤੇ ਆਪਣੇ ਵਾਕ ਦੁਆਰਾ ਹੁਕਮ ਦੁਆਰਾ ਕੀਤਾ ਪਸਾਓ ਇੱਕ ਗਵਾਓ ਤਿਸ ਤੇ ਹੋਏ ਲੱਖ ਦਰਿਆਓ। ਪੰਜਾਂ ਤੱਤਾਂ ਤੋਂ ਸਾਜੀ ਹੈ, ਛੇਵਾਂ ਤੱਤ ਨਹੀਂ ਕੋਈ ਬਣਾ ਸਕਿਆ। ਪੰਜ ਤੱਤ ਕਰ ਤੋਂ ਸ੍ਰਿਸ਼ਟ ਸਭ ਸਾਜੀ। ਕੋਈ ਛੇਵਾਂ ਕਰਿਓ ਜੇ ਕੁਛ ਕੀਤਾ ਹੋਵੇ। ਕਿਸੇ ਪਾਸੋਂ ਨਹੀਂ ਹੋ ਸਕਦਾ, ਛੇਵਾਂ ਤੱਤ ਨਹੀਂ ਬਣ ਸਕਦਾ। ਤੇ ਚਾਰ ਖਾਣੀਆਂ ਤੋਂ ਪੈਦਾ ਕੀਤੀ ਹੈ ਅੰਡਜ ਜੇਰਜ ਸੇਤਜ ਉਤਪਜ ਕਲਗੀਧਰ ਪਿਤਾ ਲਿਖਦੇ ਨੇ ਤੇ ਹੋਰ ਥਾਈਂ ਵੀ। ਸੋ ਪੰਜਵੀਂ ਖਾਣ ਨਹੀਂ ਕੋਈ ਬਣਾ ਸਕਦਾ, ਪਰ ਮਾਲਕ ਦੀ ਮਰਜ਼ੀ ਹੈ। ਉਹ ਜਿੰਨਾ ਕੁਛ ਮਰਜ਼ੀ ਬਣਾ ਸਕਦਾ। ਅਨਕ ਰੂਪ ਖਿਲ ਮਾਹੇ ਕੁਦਰਤ ਧਾਰਦਾ।
अनेक रूप खिन माहे पैदा कर सकता है, बना सकता, पालना करता ते ढा सकता है, नाश कर सकता है। तुझ आपे सृष्ट सब साजी आपे फुन गोई, सब इको शब्द वरतदा जो करे सो होई। वडियाई गुरमुख दे प्रभ हर पावे सोई, गुरमुख नानक आराध्या सब आखो धन 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 गुर सोई। सृष्टि रचन तो पहला भी धन सी, बनी तो भी धन है, तो आने वाले समय भी धनता योग ही होवेगा। उसने 84 लख जून साजी है, तो इनका सरदार श्रोमणी बनाया मनुख जाति शरीर। अबर जून तेरी पनहारी, इस धरती में तेरी सिकदारी। सरदार बनाया, श्रोमणी बनाया, जिसने शेरां नूं पिंजरे च पा लिया, जिसने हाथियां ते सवारी कर ली। सब तो वड्डी ताकत करता पुरख निरंकार, प्रेम नाल ते बंदगी नाल उन्होंने भी अपने वस कर लिया। ते भगतां ने कह दिता वड्डो हो कीना होड़, माधो मोह सिओ। साਡਾ शरद क्यों नहीं मध लेंदे? तू वड्डा कि तेरे प्यारे वड्डे है। ਅਸੀਂ ਤੇ प्रेम करके प्रेम ਵਿੱਚ ਤੈਨੂੰ ਬੰਧ ਲਵਾਂਗੇ। ਤੂੰ ਆਪਣੇ ਛੁੱਟਣ ਕੋ ਯਤਨ ਕਰੋ। ਹਮ ਛੁੱਟੇ ਤੁਮ ਆਰਾਧੇ, ਮਨੁੱਖ ਜਾਤੀ ਇਹੋ ਜਿਹੀ ਹੈ। ਤੇ ਮਾੜੀ ਵੀ ਇੰਨੀ ਹੈ ਕਿ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ 10 ਸਾਲ ਕਾਜ ਸਵਾਰੇ। ਕਬੀਰ ਸਾਕਤ ਤੇ ਸੂਕਰ ਭਲਾ, ਰਾਖੇ ਆਛਾ ਗਾਉਂ। ਉਹ ਸਾਖਤ ਬੱਪੜਾ ਮਰ ਗਿਆ, ਕੋਈ ਨਾ ਲੈ ਹੈ ਨਾ, ਕੁੱਤਿਆਂ ਬਿੱਲੀਆਂ ਨਾਲੋਂ ਵੀ ਮਾੜਾ। ਜੇ ਮਾੜਾ ਤੇ ਬਹੁਤ, ਚੰਗਾ ਤੇ ਬਹੁਤ। ਸਤਿਗੁਰੂ ਸਮਤ ਦੇਣ ਤੇ ਮਤ ਲੈਣ ਵਾਸਤੇ ਗੁਰੂ ਚਰਨਾਂ 'ਚ ਆਏ ਹੈ। ਜੋ ਮਤ ਮਹਾਰਾਜ ਸਭ ਸੱਚੇ ਪਾਤਸ਼ਾਹ ਦਿੱਤੀ ਹੈ, ਹੋਰ ਕਿਸੇ ਨੇ ਕੀ ਦੇਣੀ ਹੈ। ਤੇ ਦੋ ਭਾਵ ਉਹ ਮਤਾਂ ਦੁਨੀਆ 'ਤੇ ਚੱਲਦੀਆਂ ਆਈਆਂ, ਵੰਡਾਂ ਪਾ ਲਈਆਂ ਦੁਨੀਆ ਦੇ ਲੋਕਾਂ ਨੇ। ਦੁਨੀਆ ਦੇ ਪਰਮੇਸ਼ਰ ਦੇ ਭੇਜੇ ਹੋਏ ਅਵਤਾਰਾਂ ਪਿਕੰਬਰਾਂ ਨੇ ਵੰਡਾਂ ਪਾ ਦਿੱਤੀਆਂ। ਅਸੀਂ ਅਵਤਾਰਾਂ ਪਿਕੰਬਰਾਂ, ਦੇਵੀ ਦੇਵਤਿਆਂ, ਭੂਤਾਂ ਪ੍ਰੇਤਾਂ ਕਿਸੇ ਦੇ ਉਪਾਸ਼ਕ ਨਹੀਂ। ਸਾਨੂੰ ਅਕਾਲ ਨਿਰੰਕਾਰ ਨਾਲ ਮਹਾਰਾਜ ਸਾਹਿਬ ਨੇ ਜੋੜਿਆ ਹੈ। ਦਸਮ ਪਾਤਸ਼ਾਹ ਦੇ ਬਚਨ ਨੇ, ਕੋਈ ਭਾਈਓ ਮੁੰਡਿਆ ਸੰਨਿਆਸੀ, ਕੋਈ ਜੋਗੀ ਭਾਈਓ, ਕੋਈ ਬ੍ਰਹਮਚਾਰੀ, ਕੋਈ ਜਤੀ ਅਨੁਮਾਨ ਬੋ। हिंदू और तुर्क को रापसी माम साफी, मानस की जार सब है एक है पहचान बो। नहीं वंडा पाउनियां चाहिए, निरंकार काल नाल जुड़ना चाहिए है। एक पिता एक सके हम बारक, तू मेरा गुर हाई। सबना जियां का एक दाता, सो मैं विसर न जाई। सारे जियां दा कले मनुखी नहीं, कुल जियां दा दाता इको ही है। हर जी माता, हर जी पिता, हर जी प्रतिपालक, हर जी मेरी सार करे, हम हर के बालक। इस प्रकार उसनूं याद करना चाहिए है। मूल मंत्र गुरमंत्र गुरबाणी विचों अकाल दी महिमा मिलती है। सत्कारयोग जरूर संत भगत बंदे अवतार जिहड़े दुनिया दे परमेश्वर ने भेजे, जिन्नी क शक्ति दे के उन्होंने वरती, आपे भेजे ते आपे सद ले ते चले गए। इस प्रकार साहब सच्चे पातशाह जी तो पहला बड़िया ने बड़े यतन किए, अंग्रेज़ों ने बड़े यतन किए कि अमृतसर दास साहब की पवित्र धरती हरमंदर साहब च असीं गिरजा बनाउणा है। मुसलमानों ने बड़े यतन किए, ये सब खत्म कर देने अगे अड़े सी ते केवल गुरु के सिंह। इस प्रकार जंगलों के लुक लुक के रहिंदे रहे। सिरां दे मुल पा पा भी दस दिते उन्हां समयां 'च। ते हुक्म लाता दसन वाले 10 रुपए, मारन वाले 50। हुक्म तुरकन दिओ तन पयो, तब पयो सिंह बन बाज जंगलों 'ਚ। सिक्खी कायम रखण लई हरमंदर साहिब पूर दिता। गोहे लिद ते माड़ियां वस्तुआं नाल ਸਰੋਵਰ ਤੇ ਹਰਮੰਦਰ ਸਾਹਿਬ ਢਾਹ ਦਿੱਤਾ ਜਾਂ ਗੁਰੂ ਅਰਜਨ ਸਾਹਿਬ ਜੀ ਨੇ ਬਣਾਇਆ ਸੀ। ਇਹ ਬਾਅਦ ਵਿੱਚ ਗੁਰੂ ਕੇ ਸਿੰਘਾਂ ਨੇ ਬਣਾਇਆ ਹੈ। ਜਿਹੜਾ ਹੁਣ ਉੱਥੇ ਵੇਸਵਾ ਨਚਾ ਲੀਆਂ, ਉੱਥੇ ਹੁੱਕਾ ਪੀ ਲਿਆ, ਉੱਥੇ ਮਨਾਈਆਂ ਕਰ ਲੀਆਂ। ਤੇ ਪਰਮੇਸ਼ਰ ਨੇ ਬਲ ਬਖਸ਼ਿਆ ਤੇ ਦਲਾਂ ਦੇ ਸੂਰਮਿਆਂ ਨਿਹੰਗ ਸਿੰਘਾਂ ਨੇ ਸਿਰ ਵੱਢ ਕੇ ਮੱਸੇ ਦਾ ਕਿਵੇਂ ਖੜਿਆ ਸੀ। ਸੋ ਪਾਪ ਬੁਰਾ ਪਾਪੀ ਕੋ ਪਿਆਰਾ ਦੁਨੀਆ 'ਤੇ ਚੱਲਦਾ ਹੀ ਆਇਆ ਹੈ। ਤੇ ਹੁਣ ਹੋਰ ਕਈ ਜ਼ੋਰ ਲਾ ਰਹੇ ਨੇ, ਈਸਾਈ ਆਪਣਾ, ਅੰਗਰੇਜ਼ ਆਪਣਾ, ਬੜੇ ਪਵਾੜੇ ਅੰਗਰੇਜ਼ਾਂ ਨੇ ਪਾਏ। ਇਸ ਪ੍ਰਕਾਰ ਗੁਰੂ ਨਾਨਕ ਪਾਤਸ਼ਾਹ ਦਸਵੀਂ ਜੋਤ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ 1708 ਈਸਵੀ ਸੱਚਖੰਡ ਨੂੰ ਗਏ ਤੇ 1920 ਵਿੱਚ ਕਮੇਟੀਆਂ ਬਣੀਆਂ ਤੇ ਇੰਨਾ ਸਮਾਂ 200 ਸਾਲ ਤੋਂ ਵੱਧ ਟਕਸਾਲਾਂ ਤੇ ਦਲਾਂ ਦੀ ਮਰਜ਼ਾਦਾ ਹੀ ਰਹੀ ਹੈ। ਸਾਰੇ ਪੰਜਾਂ ਤਖਤਾਂ ਤੇ ਸਾਰੀ ਥਾਈ ਜਿਨ੍ਹਾਂ ਦਲਾਂ ਵਾਲਿਆਂ ਦੀਆਂ ਹੁਣ ਤੱਕ ਰਸਤਾਂ ਵੱਜੀਆਂ ਹੋਈਆਂ।
ਤੇ ਫਿਰ ਭਾਵ ਕਮੇਟੀ ਬਣਾਤੀ ਤੇ ਉਹਨਾਂ ਵਿੱਚ ਬੰਦੇ ਸਰਕਾਰੀ ਵੜ ਕੇ ਤੇ ਉਹਨਾਂ ਨੇ ਪਿੱਛੇ ਨੂੰ ਜ਼ੋਰ ਲਾਇਆ ਤੇ ਹੁਣ ਵੀ ਲਾ ਰਹੇ ਨੇ। ਜਦੋਂ ਦੀ ਸਿੱਖੀ ਆਰੰਭ ਹੋਈ ਹੈ ਉਦੋਂ ਤੋਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਨਮ ਸਾਖੀ ਵਿਗਾੜ ਦਿੱਤੀ, ਫਿਰ ਡੰਨ ਮਿਲਿਆ। ਇਸੇ ਪ੍ਰਕਾਰ ਇੱਕ ਪੋਥੀ ਹੈ ਵਿਜੇ ਮੁਕਤ ਤਥਾ ਗੋਝ ਕਥਾ, ਕਿਸ ਦੀ ਹੈ ਜਦੋਂ ਕਲਗੀਧਰ ਪਿਤਾ ਨੇ 5 ਪਿਆਰੇ ਗੁਰੂ ਗ੍ਰੰਥ ਸਾਹਿਬ ਤਾਬਿਆ ਖੜੇ ਕੀਤੇ ਸੀ। ਪਿਆਰੇ ਧਰਮ ਸਿੰਘ ਜੀ, ਬਾਬਾ ਦੀਪ ਸਿੰਘ ਜੀ ਸ਼ਹੀਦ, ਗੁਰਬਖਸ਼ ਸਿੰਘ ਜੀ ਸ਼ਹੀਦ, ਮਨੀ ਸਿੰਘ ਜੀ ਤਾਬਿਆ ਬਿਠਾਏ ਗੁਰੂ ਗ੍ਰੰਥ ਸਾਹਿਬ ਜੀ ਦੀ। ਟਕਸਾਲ ਦੇ ਮੁਖੀ ਨੇ ਤਿੰਨੇ। ਚੌਥਾ ਹੈ ਸੁਹਾਰ ਸਿੰਘ, ਉਹ ਗੁਰੂ ਕੀ ਹਰੋਜ਼ ਦੀ ਡਾਇਰੀ ਲਿਖਦਾ ਸੀ, ਉਹਦਾ ਨਾਂ ਗੋਝ ਕਥਾ ਹੈ। ਤੇ ਸੰਤੋਖ ਸਿੰਘ ਲੰਗਰ ਚਲਾਉਣ ਵਾਲਾ ਸੀ। ਇਹਨਾਂ ਨੂੰ ਤਾਬਿਆ ਗੁਰੂ ਗ੍ਰੰਥ ਸਾਹਿਬ ਜੀ ਖੜੇ ਕਰਕੇ 5 ਪਿਆਰਿਆਂ ਸਮੇਤ ਬਕਰਮਾ ਕਰਕੇ ਮੱਥਾ ਟੇਕਿਆ ਸੀ। ਆਗਿਆ ਪਈ ਅਕਾਲ ਕੀ ਤਬੀ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹਜ਼ੂਰ ਸਾਹਿਬ ਟਕਸਾਲ ਦੇ ਮੁਖੀ ਸੰਤ ਬਾਬਾ ਗੁਰਬਚਨ ਸਿੰਘ ਜੀ ਹੋਰ ਸਿੰਘ ਗਏ ਸਨ ਤੇ ਸਿੰਘਾਂ ਨੂੰ ਭੇਜ ਕੇ ਉਹ ਪੋਥੀ ਲੈ ਕੇ ਪੜ੍ਹੀ ਤੇ ਉਹਨਾਂ ਵਿੱਚੋਂ 17 ਦੋਹਰੇ ਲਿਖ ਸਿੰਘਾਂ ਨੇ ਤੇ ਉਹ ਛਪਾ ਕੇ ਬਹੁਤਿਆਂ ਨੂੰ ਦੇਣ ਵਾਸਤੇ ਵੰਡਣਾ ਕੀਤੀ। ਉਹ ਮੁੜ ਕੇ ਪੁਜਾਰੀਆਂ ਪਤਾ ਨਹੀਂ ਕਿੱਥੇ ਗੁੰਮ ਕਰ ਲਈ, ਲੱਭਣ ਨਹੀਂ ਦਿੱਤੀ। ਜਨਮ ਸਾਖੀ ਵਿਗਾੜੀ ਹੈ ਤੇ ਉਹ ਕੀਮਤੀ ਗ੍ਰੰਥ, ਉਹ ਪੋਥੀ ਵੀ ਵਿਗਾੜੀ ਹੈ ਕਿ ਸਿੱਖੀ ਦੇ ਪ੍ਰਚਾਰ 'ਚ ਵਾਧਾ ਨਾ ਹੋਵੇ। ਜਿਹੜਾ ਭਾਵ ਤੀਜਾ ਤਖਤ ਹੈ ਕੇਸਾਂ ਦੇ ਨਾਂ ਤੋਂ ਕੇਸਗੜ੍ਹ ਅਨੰਦਪੁਰ ਸਾਹਿਬ, ਪੁਰਾਣੀ ਇਮਾਰਤ ਖਸਤਾ ਹੋ ਗਈ ਸੀ ਤੇ ਨਵੀਂ ਇਮਾਰਤ ਰਚਣ ਵਾਸਤੇ ਨੀਹਾਂ ਪੁੱਟਣ ਲੱਗੇ। ਪਿਆਰੀਆਂ ਭਾਵ ਸੰਗਤਾਂ ਇਕੱਤਰ ਹੋਈਆਂ ਨੇ, ਪੁੱਗੀਆਂ ਆਤਮਾ, ਹਰਖੋਵਾਲੀਏ ਮਹਾਤਮਾ ਸੰਤ ਭਿੰਡਰਾਂ ਵਾਲੇ ਸੁੰਦਰ ਸਿੰਘ ਜੀ ਜਿਨ੍ਹਾਂ ਦੇ ਨਾਂ ਤੋਂ, ਇਸੇ ਪ੍ਰਕਾਰ ਹਰੀ ਸਿੰਘ ਜੀ ਤੇ ਹੋਰ ਮੱਘਰ ਸਿੰਘ ਜੀ ਆਦਿਕ ਸੋ ਸਿਆਣੇ ਅਵਸਥਾ ਵਾਲੇ ਬ੍ਰਹਮ ਅਵਸਥਾ ਦੇ ਜੀਵਨ ਵਾਲੇ ਨਾਲ ਸਨ। ਨੀਹਾਂ ਪੁੱਟਦਿਆਂ ਥੱਲਿਓਂ ਤਾਂਬੇ ਦਾ ਪੱਤਰਾ ਨਿਕਲਿਆ ਤੇ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ, ਦਾਦੀ ਮਾਤਾ ਨਾਨਕੀ, ਗੁਰੂ ਕੇ ਮਹਿਲ ਤੇ ਗੁਰੂ ਕੇ ਸਾਹਿਬਜ਼ਾਦਿਆਂ ਦਾ ਅੰਮ੍ਰਿਤ ਛਕਣਾ ਲਿਖਿਆ ਹੋਇਆ ਸੀ। ਤੇ ਪੁਜਾਰੀਆਂ ਨੂੰ ਜਿਨ੍ਹਾਂ ਨੂੰ ਪੀੜ ਹੋਈ ਵੇਖ ਕੇ ਕਦੋਂ ਦੇ ਮਗਰ ਲੱਗੇ ਨੇ, ਉਹ ਕਿਤੇ ਮੁੜ ਕੇ ਲੱਭਣ ਹੀ ਨਹੀਂ ਦਿੱਤਾ, ਗੁੰਮ ਕਰ ਲਿਆ। ਇਸ ਤਰ੍ਹਾਂ ਹੁਣ ਪੈਰਾਂ ਦੇ ਨਾਵਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜ਼ੋਰ ਲੱਗੀ ਜਾਂਦਾ ਹੈ। ਇੱਕ ਦਸਮ ਗ੍ਰੰਥ ਨੂੰ ਗਲਤ ਕਰਨ ਵਾਸਤੇ, ਦੂਜਾ ਸੂਰਜ ਪ੍ਰਕਾਸ਼ ਨੂੰ। ਨਾਨਕ ਪ੍ਰਕਾਸ਼ ਤੇ ਸੂਰਜ ਪ੍ਰਕਾਸ਼ ਬੜਾ ਇਤਿਹਾਸ ਹੈ। ਦਸਮ ਗ੍ਰੰਥ ਦਾ ਵੀ ਸਾਰੇ ਤਖਤਾਂ 'ਤੇ ਪ੍ਰਕਾਸ਼ ਹੋਇਆ ਕਰਦਾ ਸੀ ਤੇ ਸੂਰਜ ਪ੍ਰਕਾਸ਼ ਦੀ ਕਥਾ ਵੀ ਸਾਰੇ ਤਖਤਾਂ 'ਤੇ ਹੁੰਦੀ ਰਹੀ ਹੈ। ਇਸ ਪ੍ਰਕਾਰ ਗੁਰਮੁਖੋ ਸੂਰਜ ਪ੍ਰਕਾਸ਼ ਲਿਖਣ ਵਾਲਾ ਧੰਤਾ ਯੋਗ ਹੈ, ਵਡਿਆਈ ਦਾ ਪਾਤਰ ਹੈ। ਸਾਰੀ ਜ਼ਿੰਦਗੀ ਲਾ ਦਿੱਤੀ ਉਸਨੇ ਲਿਖਣ ਵਿੱਚ। ਨਾਨਕ ਪ੍ਰਕਾਸ਼ ਬਾਲਾ ਜੀ ਨੇ ਕਥਾ ਸੁਣਾਈ ਹੈ ਗੁਰੂ ਅੰਗਦ ਸਾਹਿਬ ਜੀ ਨੂੰ, ਮੁੱਖ ਪੈੜੇ ਲਿਖੀ ਹੈ ਤੇ ਕੁਝ ਸਿੰਘਾਂ ਹੋਰ ਸਿੱਖ ਸੰਗਤਾਂ ਨੇ ਸਰਵਣ ਕੀਤੀ ਹੈ। ਅਗਲੀ ਬਾਬਾ ਬੁੱਢਾ ਜੀ ਦੀ ਅੰਸ਼ ਬੰਸ ਵਿੱਚੋਂ ਰਾਮ ਕੌਰ ਜੀ ਨੇ ਮੂੰਹ ਜ਼ਬਾਨੀ ਅੰਤਰਜਾਮਤਾ ਨਾਲ ਦੂਜੇ ਸਰੂਪਾਂ ਦੇ ਕੌਤਕ ਲਿਖਵਾਏ। ਅਸੂਰ ਪ੍ਰਕਾਸ਼ ਹੈ, ਬਹੁਤ ਕੀਮਤੀ ਗ੍ਰੰਥ ਹੈ, ਪਰ ਛਪਣ ਤੋਂ ਪਹਿਲਾਂ ਸੰਤੋਖ ਸਿੰਘ ਜੀ ਸਰੀਰ ਛੱਡ ਗਏ। ਇਸ ਪ੍ਰਕਾਰ ਉਸ ਨੂੰ ਛਪਾਉਣ ਤੋਂ ਪਹਿਲਾਂ ਵਿਰੋਧੀਆਂ ਨੇ ਕਿਸੇ ਤਰੀਕੇ ਨਾਲ ਆਪਣੇ ਹੱਥ ਵਿੱਚ ਲੈ ਲਿਆ ਤੇ ਬਹੁਤ ਕੁਛ ਉਹਦੇ ਵਿੱਚ ਗਲਤ ਪਾ ਦਿੱਤਾ। ਇਤਿਹਾਸ ਵਿਗਾੜਨ ਵਾਸਤੇ ਜਿਹੜਾ ਹੁਣ ਦੇ ਵਿਰੋਧੀਆਂ ਨੂੰ ਉਹੀ ਪੰਕਤੀਆਂ ਦਿਖਦੀਆਂ ਨੇ ਜਿਹੜੀਆਂ ਸਿੱਖੀ ਨਾਲ ਨਹੀਂ ਢੁਕਦੀਆਂ ਤੇ ਆਪਣਾ ਜ਼ੋਰ ਲਾਈ ਜਾਂਦੇ ਨੇ, ਚੰਗੀਆਂ ਨਹੀਂ ਦਿਸਦੀਆਂ ਉਹਨਾਂ ਨੂੰ। ਇਸ ਪ੍ਰਕਾਰ ਗੁਰਮੁਖੋ ਇਸ ਪਾਸੇ ਨਾ ਜਾਈਏ। ਤੁਹਾਨੂੰ ਸਾਵਧਾਨ ਕਰਨ ਵਾਸਤੇ ਦਾਸ ਬੇਨਤੀ ਕਰਦਾ ਹੈ। ਕਲਗੀਧਰ ਪਿਤਾ ਦੀਆਂ ਚਲਾਈਆਂ ਟਕਸਾਲਾਂ ਬ੍ਰਹਮ ਗਿਆਨੀ ਮਨੀ ਸਿੰਘ ਜੀ, ਬੰਦ ਕਟਾਉਣ ਵਾਲੇ, ਖੋਪੜਾ ਲਹਾਉਣ ਵਾਲੇ, ਸਿੱਖੀ ਵਿੱਚ ਮੱਤ ਵਿੱਚ ਹੋ ਚੁੱਕੇ, ਤਾਰੂ ਸਿੰਘ ਵਰਗੇ ਚੜ੍ਹਕੇ 'ਤੇ ਚੜ੍ਹਨ ਵਾਲੇ, ਸਵੇਗ ਸਿੰਘ ਸਵਾਜ ਸਿੰਘ ਵਰਗੇ ਹੋ ਚੁੱਕੇ ਨੇ। ਸੀਸ ਵੱਡੇ ਤੋਂ ਲੜਨ ਵਾਲੇ ਉਹਦੇ 'ਤੇ ਵੀ ਕਿੰਤੂ ਕਰੀ ਜਾਂਦੇ ਹੈ। ਗੁਰਬਖਸ਼ ਸਿੰਘ ਵੀ ਸਿਰ ਵੱਡੇ ਤੋਂ ਲੜਿਆ, ਮਹਿਤ ਸਿੰਘ, ਨੌਕ ਸਿੰਘ ਵੀ ਸਿਰ ਵੱਡੇ ਤੋਂ ਲੜਿਆ। ਬੇਅੰਤ ਸ਼ਕਤੀਆਂ ਇਸ ਅੰਮ੍ਰਿਤ ਦੀਆਂ ਅਤੇ ਇਸ ਬਾਣੀ ਦੀਆਂ। ਪਿੱਛੇ ਬਬਾਣੀਆਂ ਕਹਾਣੀਆਂ ਚੱਲਦੀਆਂ ਆਈਆਂ। ਮੁਸਲਮਾਨਾਂ ਸਿਰ ਤੋੜ ਸਾਰਾ ਜ਼ੋਰ ਲਾ ਦਿੱਤਾ, 200 ਜਲਾਦ ਰੱਖਿਆ ਸੀ ਇਹਨਾਂ ਹਿੰਦੂ ਲੋਕਾਂ ਦੀਆਂ। ਸੋ ਭਾਵ 100 ਲੋਥ ਰੋਜ਼ ਲਿਆ ਕੇ ਸੁੱਟਣੀ ਹੈ, ਨਵੀਂ ਤੇ ਪੁਰਾਣੀ ਚੁੱਕਣੀ ਹੈ। ਉਹਨਾਂ ਜਲਾਦਾਂ ਦਾ ਕੰਮ ਹੀ ਇਹੀ ਸੀ, ਫੜਵਾ ਪਈ ਹੋਈ ਸੀ। ਮਹਾਰਾਜ ਆਪਣਾ ਸੀਸ ਬਲੀਦਾਨ ਦੇ ਕੇ ਇਸ ਜ਼ੁਲਮ ਦੇ ਹੜ੍ਹ ਨੂੰ ਰੋਕ ਦਿੱਤਾ
फिर गुरु के प्यारिਆਂ जंगलों चों निकल निकल के 15,000 20,000 ਤੇ 30,000 ਇਕੱਠੀਆਂ कर ਜਦੋਂ ਖੜਦੇ ਸੀ। ਨੌਜਵਾਨ ਬੱਚੀਆਂ ਦੇ ਭਾਵ ਬੱਚੇ ਛੋਟੀ ਉਮਰ ਦੇ ਤੇ ਮੰਡੀਆਂ 'ਚ ਜਾ ਕੇ ਪਸ਼ੂਆਂ ਦੀ ਤਰ੍ਹਾਂ ਇਹਨਾਂ ਦੀ ਬੋਲੀ ਹੁੰਦੀ ਸੀ। ਇਹਨਾਂ ਨੂੰ ਠੱਲ ਪਾ ਦਿੱਤਾ ਤੇ ਖਜ਼ਾਨੇ ਵੀ ਲੁੱਟ ਕੇ ਅੱਧੇ ਪਚੱਧੇ ਲੈ ਹੀ ਆਉਂਦੇ ਰਹੇ ਵਾਪਸ। ਇਸ ਤਰ੍ਹਾਂ ਇਹ ਤੀਸਰਾ ਪੰਥ ਕਲਗੀਧਰ ਪਿਤਾ ਨੂੰ ਚਲਾਉਣ ਦੀ ਲੋੜ ਪਈ, ਜਿਸ ਵਿੱਚ ਸਾਰੀਆਂ ਮਤਾਂ ਦੇ ਸਾਰੇ ਗੁਣ ਹੋਣ। ਸ਼ਸਤਰ ਧਾਰ ਕੇ ਖਾਈਏ ਸ਼ਤਰਨ ਕੀ ਰੀਤ, ਵਿਪਰ ਸੰਤੋਖੀ ਦਾਨ ਪਲ ਖਾਵੇ ਭਜੇ ਸੁਮੀਤ। ਭੇਖ ਪਿਆਰਾ ਨਾਹੇ ਮਮ ਵਰਨ ਪਿਆਰਾ ਨਾਹੇ, ਰਹਿਤ ਪਿਆਰੀ ਮੋਹਿ ਕੋ ਸਿੱਖ ਪਿਆਰਾ ਆਹੇ। ਸੋ ਬ੍ਰਾਹਮਣ ਵਾਲੇ ਗੁਣ ਵੀ ਪੂਰੇ ਹੋਣ, ਛਤਰੀ ਵਾਲੇ ਵੀ ਹੋਣ, ਵੈਸ਼ ਵਾਲੇ ਤੇ ਸ਼ੂਦਰ ਵਾਲੇ ਵੀ ਗੁਣ ਪੂਰੇ ਹੋਣ। ਚਾਰੇ ਗੁਣ ਚੌਹਾਂ ਵਰਨਾਂ ਦੇ ਇੱਕ ਵਿੱਚ ਹੋਣ, ਪੂਰਾ ਖਾਲਸਾ ਬਣਦਾ ਹੈ। ਇਹੋ ਜਿਹੀ ਬਖਸ਼ ਕੀਤੀ ਹੈ ਮਹਾਰਾਜ ਸਾਹਿਬ ਜੀ ਨੇ। ਪਿਛਲੇ ਦੀਵਾਨ 'ਚ ਪੰਜ ਪਿਆਰਿਆਂ ਦੇ ਜਨਮ ਸਥਾਨ ਤੇ ਪਿਛਲੇਰੇ ਜੋ ਭਗਤ ਬੰਦਗੀ ਵਾਲੇ ਸੀ, ਬੜਾ ਵੱਡਾ ਹੌਸਲਾ ਹੈ। ਸਾਰੀ ਸਭਾ 'ਚ ਭੱਜ ਨੱਠ ਪੈ ਗਈ ਸੀ ਕਿ ਗੁਰੂ ਸਾਹਿਬ ਸਿਰ ਮੰਗਦੇ ਹੈ। ਇਹ ਤਾਂ ਕਦੇ ਹੋਇਆ ਹੀ ਨਹੀਂ। ਇੱਕ ਨੇ ਦੇਤਾ, ਦੂਜੇ ਤੀਜੇ ਚੌਥੇ ਪੰਜਵੇਂ ਵੀ ਦੇ ਦਿੱਤਾ, ਕਿਤੇ ਸਾਰਿਆਂ ਨੂੰ ਵੱਢਣ ਡਹਿ ਪੈਣਾ। ਭੱਜ ਗਏ ਸੀ ਵਿੱਚੋਂ ਬਹੁਤ। ਗਿਆਨੀ ਗਿਆਨ ਸਿੰਘ ਲਿਖਿਆ, ਜੋ ਸਕ ਊਣੇ ਕੁਣਕੇ ਕੇ ਭਾਜ ਗਏ ਇੱਕ ਠੁਣਕੇ ਸੇ। ਇਹ ਆਰੰਭਤਾ ਕੀਤੀ ਸੀ ਕਥਾ ਤੇ ਮੋਬਾਈਲ ਦੇ ਬੰਦ ਹੋ ਜਾਣ ਤੋਂ 20 ਮਿੰਟ ਦੀ ਕੇਵਲ ਹੋਈ ਸੀ, ਬਾਕੀ ਰਹਿ ਗਈ ਸੀ। ਖਾਰੋ ਵਿਚਾਰ ਉਸ ਨੂੰ ਹੁਣ ਆਪਾਂ ਰਹਿਣ ਹੀ ਦਈਏ। ਬ੍ਰਹਮ ਗਿਆਨੀ ਸੀ ਤੇ ਮਹਾਰਾਜ ਸਾਹਿਬ ਖਾਲਸੇ ਪੰਥ ਦੀ ਨੀਂਹ ਰੱਖਣੀ ਹੈ। ਆਤਮਾ ਤੇ ਪ੍ਰਾਣੀਆਂ ਚਲੀਆਂ ਆਉਂਦੀਆਂ ਤੇ ਮੇਰੇ ਵਰਗੀਆਂ ਥੋੜ੍ਹੀਆਂ ਖਿਚਾਉਣੀਆਂ ਸੀ, ਜਿਹੜੇ ਵਿਸ਼ਈ ਅੰਬਲੀ ਪਾਪੀ ਵਿਕਾਰ ਜਾਂ ਚਾਸੀ ਭੋਗਦਾ ਹੋਇਆ। ਸਾਰੇ ਸਾਡੀਆਂ ਜੂਨਾਂ, ਕੋਈ ਕਿਸੇ ਜੂਨ 'ਚੋਂ ਆਇਆ, ਕੋਈ ਕਿਸੇ ਤਾਮਸੀ ਜੂਨ 'ਚੋਂ ਆਇਆ। 3 ਪ੍ਰਕਾਰ ਸਤੋ ਗੁਣ, ਰਜੋ ਗੁਣ ਤੇ ਤਮੋ ਗੁਣ ਸਾਜਣਾ ਕੀਤੇ ਨੇ ਪਰਮੇਸ਼ਰ। ਇਹੋ ਜਿਹੇ ਨਹੀਂ। ਬ੍ਰਹਮ ਅਵਸਥਾ ਦੇ ਮਾਲਕ ਇਹ ਟਕਸਾਲ ਵਾਲਿਆਂ ਹੀ ਨਹੀਂ ਲਿਖਿਆ, ਇਹ ਰਹਿਤਨਾਮਿਆਂ 'ਚ ਲਿਖਿਆ ਹੈ। ਚੌਪਾ ਸਿੰਘ ਛਿੱਬਰ ਨੇ ਆਦਿਕ ਲਿਖਿਆ, ਹੋਰਨਾਂ ਵੀ ਲਿਖਿਆ ਹੈ। ਪੰਜੇ ਆਤਮਾ ਦਇਆ ਸਿੰਘ, ਧਰਮ ਸਿੰਘ, ਹਿੰਮਤ ਮੁਖ ਸਿੰਘ ਤੇ ਸਾਹਿਬ ਸਿੰਘ। ਕੌਣ ਆਤਮਾ ਸੀ ਵਿਸਤਾਰ ਨਾ ਕਰਾਂ, ਪਰ ਇਹਨਾਂ ਸਮੇਂ ਦੇ ਹਾਕਮਾਂ ਨੂੰ ਦਰਦ ਹੁੰਦੀ ਹੈ। ਉਹਨਾਂ ਨੂੰ ਫਰਜ਼ ਪਸੰਦ ਨਹੀਂ, ਕੀੜੀ ਦੀ ਤਰ੍ਹਾਂ ਤਰੇੜ ਪਸੰਦ ਹੈ ਤੇ ਉਹ ਲੱਭਦੇ ਨੇ, ਖੰਡਨ ਕਰੀ ਜਾਂਦੇ ਨੇ। ਇਹ ਉਹਨਾਂ ਦੀ ਔਲਾਦ ਹੀ ਹੈ ਜਿਹੜੇ ਪਿੱਛੇ ਹੋਏ ਨੇ। ਸੋ ਪੱਤਰੇ ਲਕਾਉਣ ਵਾਲੇ, ਗੋਝ ਕਥਾ ਪੋਥੀ ਲਕਾਉਣ ਵਾਲੇ, ਜਨਮ ਸਾਖੀ ਵਿਗਾੜਨ ਵਾਲੇ ਉਹਨਾਂ ਦੀ ਔਲਾਦ ਹੀ ਹੈ, ਜਿਨ੍ਹਾਂ ਨੂੰ ਛੱਡਿਆ ਹੋਇਆ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਸਾਲੋ-ਦੁੱਜ ਦਰਿਆ ਦਾ ਜਲ ਮੰਗਾ ਕੇ ਲੋਹੇ ਦੇ ਬਾਟੇ ਵਿੱਚ ਪੁਣ ਕੇ ਪਾ ਕੇ ਥੱਲੇ ਪੱਥਰ ਦਾ ਕੁੰਡਾ ਰੱਖਿਆ, ਨੀਂਹ ਦੀ ਤਰ੍ਹਾਂ ਡੋਲੇ ਨਾ ਬਾਟਾ। ਪਤਾਸੇ ਪਾਏ ਥੱਲੇ ਉੱਨ ਦਾ ਜਾਂ ਰੇਸ਼ਮ ਦਾ ਬਸਤਰ ਪਵਿੱਤਰ ਮੰਨਿਆ, ਉਹ ਵਸਾਇਆ ਹੈ। 2 ਧਾਰਾ ਖੰਡਾ ਜਿਹੜਾ ਹੁਣ ਤੱਕ ਵਿਖਾਇਆ ਜਾਂਦਾ ਹੈ। ਆਨੰਦਪੁਰ ਸਾਹਿਬ ਉਹ ਫੇਰ ਕੇ ਸ੍ਰੀ ਸਾਹਿਬ ਗਾਲਿਆ, 5 ਕਕਾਰ ਧਾਰ ਕੀਤੇ, ਕੇਸਾਂ ਸਮੇਤ ਇਸ਼ਨਾਨ ਕੀਤਾ ਹੈ। ਅੰਮ੍ਰਿਤ ਬਣਾ ਕੇ ਤੇ ਪੰਜਾਂ ਨੂੰ ਜਿਉਂਦਿਆਂ ਕੀਤਾ। ਚਾਹੇ ਸਿਰ ਪਹਿਲੇ ਜੋੜੇ, ਚਾਹੇ ਨਵੇਂ ਬਣਾਏ, ਕੀ ਨਹੀਂ ਕਰ ਸਕਦਾ। ਪਹਿਲੇ ਸਰੂਪ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 19-20 ਸਾਖੀਆਂ ਨੇ, ਕਿਸੇ ਦਿਨ ਰਿਕਾਰਡ ਕਰਵਾਵਾਂਗੇ ਇਤਿਹਾਸ ਵਿੱਚ। ਇੰਨਾ ਇਤਿਹਾਸ ਗਲਤ ਕਰੋਗੇ ਤੁਸੀਂ, ਕਿੱਥੋਂ ਤੱਕ ਜ਼ੋਰ ਲਾ ਲੋਗੇ। ਹੁੰਦਾ ਆਇਆ ਤੇ ਗਾਹ ਹੋਵੇਗਾ। ਮਹਾਤਮਾ 'ਚ ਬੜੀ ਬੜੀ ਸ਼ਕਤੀ ਹੋਈ ਹੈ ਤੇ ਪਿਛਲੇ ਯੁੱਗਾਂ ਦੇ ਅਵਤਾਰਾਂ ਨੇ ਕੁਝ ਕੀਤਾ ਹੈ, ਬਹੁਤ ਥੋੜ੍ਹੀ ਗਿਣਤੀ। ਇਹ ਨਹੀਂ ਕਿ ਨਹੀਂ, ਸ਼ਕਤੀ ਕਿਹਦੀ ਹੈ? ਕਿਸੇ ਬੰਦੇ ਦੀ ਨਹੀਂ, ਕਿਸੇ ਅਵਤਾਰ ਦੀ ਨਹੀਂ, ਅਕਾਲ ਨਿਰੰਕਾਰ ਦੀ ਹੈ। ਜਿਹਨੂੰ ਜਿੰਨੀ ਮਰਜ਼ੀ ਦੇ ਦੇਵੇ। 2 ਕਲਾ ਤੋਂ ਸ਼ਕਤੀਆਂ ਆਰੰਭ ਹੁੰਦੀਆਂ ਤੇ 16 ਕਲਾ ਤਾਕਤ। ਹੁਣ ਜਿਹੜਾ ਆਉਣਾ ਹੈ ਕਲਕੀ ਅਵਤਾਰ, ਉਹ ਮਾਲਕ ਦੀ ਮਰਜ਼ੀ ਹੈ। ਕਲਯੁਗ ਦਾ ਅਵਤਾਰ ਹੋਣਾ ਅਜੇ ਆ। ਵਿੱਚ ਵਿਚਾਲੇ ਤੁਹਾਡੇ ਨਾਲ ਠੱਗੀ ਵੱਜ ਰਹੀ ਹੈ। ਤੇ ਮਹਾਰਾਜ ਸਾਹਿਬ ਨੇ ਪਹਿਲੇ ਗੁਰੂ ਨਾਨਕ ਪਾਤਸ਼ਾਹ ਜੀ ਚਰਨ ਧੋਏ, ਰਹਿਰਾਸ ਕਰ ਚਰਨਾਮਤ ਸਿੱਖਾਂ ਪਿਲਾਇਆ। ਇਹ ਰਹੁ ਰੀਤੀ ਚਲਾਈ ਸੀ, ਚਰਨਾਮਤ ਚਰਨ ਪੌਲ। ਸੋ ਹੁਣ ਤੱਕ ਚੱਲਦੀ ਹੈ। 9-10 ਸਰੂਪਾਂ ਤੱਕ ਫਿਰ ਖੰਡੇ ਦੀ ਪੌਲ ਸਤਿਗੁਰੂ ਜੀ ਨੇ ਬਖਸ਼ ਕਰ ਦਿੱਤੀ ਤੇ ਸਾਰਿਆਂ ਨੂੰ ਹੁਕਮ ਲਾ ਦਿੱਤਾ, ਖੰਡੇ ਕੀ ਪੌਲ ਸਭ ਧਾਰੋ, ਬਨੋ ਖਾਲਸਾ ਭਰਮ ਨਿਵਾਰੋ। 5 ਕਕਾਰ ਕੀ ਰਹਿਤ ਰਖੀਜੈ, ਮੀਣ ਮਸੰਦ ਮੇਲ ਨਹਿ ਕੀਜੈ। ਮੀਣੇ ਔਰ ਮਸੰਦੀਏ ਮੋਨੇ ਕੁੜੀ ਜੋ ਮਾਰ, ਹੋਏ ਸਖ ਵਰਤਣ ਕਰੇ ਅੰਤ ਕਰੇਗੇ ਖਵਾਰ। ਅੱਗੇ ਪੰਕਤੀਆਂ ਆਉਣਗੀਆਂ। ਪੰਜਾਂ ਨਾਲ ਮੇਲ ਨਹੀਂ ਕਰਨਾ, ਪੰਜਾਂ ਦਾ ਵਿਸਾਹ ਨਹੀਂ ਕਰਨਾ। ਇਹ ਤਾਂ ਆਦਿਕ ਰਹਿਤਾ ਹਜ਼ੂਰ ਨੇ ਦਸੀਆਂ। ਉਸ ਤੋਂ ਉਪਰੰਤ ਫਿਰ ਬਾਬੇ ਦੀਪ ਸਿੰਘ ਜੀ ਨੂੰ ਦਮਦਮੇ ਗੁਰੂ ਕਾਸ਼ੀ ਭੇਜ ਦਿੱਤਾ। ਜਿਹੜੀ ਟਕਸਾਲ ਹੈ, ਜਿਹਨੂੰ ਭਿੰਡਰਾਂ ਵਾਲੀ ਕਹਿੰਦੇ ਆ, ਟਕਸਾਲ ਦਮਦਮੀ ਹੈ। ਭਿੰਡਰਾਂ ਵਾਲੀ ਅੱਲ ਪੈ ਗਈ ਹੈ।
ਸੰਤ ਸੁੰਦਰ ਸੁਣਾ ਦਾ ਉਹ ਨਗਰ ਸੀ। ਦੂਸਰੀ ਮਨੀ ਸਿੰਘ ਬ੍ਰਹਮ ਗਿਆਨੀ ਨੂੰ ਅੰਮ੍ਰਿਤਸਰ ਸਾਹਿਬ ਭੇਜ ਦਿੱਤਾ ਕਿ ਉੱਥੇ ਟਕਸਾਲ ਚੱਲਦੀ ਹੈ। ਜਿਨ੍ਹਾਂ ਦੇ ਟਕਸਾਲ ਦੇ ਵਿੱਚ ਮੁਖੀ ਚਲੇ ਆਏ ਨੇ ਸੰਤ ਬਾਬਾ ਮੀਰ ਸਿੰਘ ਜੀ ਨੇ 60 ਕਥਾ ਗੁਰੂ ਗ੍ਰੰਥ ਸਾਹਿਬ ਦੀਆਂ ਕੀਤੀਆਂ। ਹਰ ਸਾਲ ਭੋਗ ਪਾਉਂਦੇ ਸੀ। ਉਹਨਾਂ ਦੇ ਸਿਸ ਕਿਰਪਾਲ ਸਿੰਘ ਜੀ ਨੇ ਟੀਕਾ ਲਿਖਿਆ, ਪੜ੍ਹ ਕੇ ਵੇਖ ਲਿਓ, ਬਹੁਤ ਕੁਛ ਉਹਦੇ ਵਿੱਚੋਂ ਮਿਲੇਗਾ। ਪਤਤ ਪਾਵਨ ਨਾਮ ਨਰ ਹਰ, ਮੰਦ ਭਾਗੀਆਂ ਨਹੀਂ ਭਾਇਓ। ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਨਾਮ ਦੀ ਮਹਿਮਾ ਮੰਦੇ ਭਾਗਿਆਂ ਵਾਲਿਆਂ ਨੂੰ ਚੰਗੀ ਨਹੀਂ ਲੱਗਦੀ। ਕੂੜ ਕਪਟ ਹੰਕਾਰ ਰਿਜਾਨਾ, ਨਾਮ ਸੰਤ ਜਨ ਵਿਸ਼ੂ ਨਿਸ਼ਾਨਾ। ਜਿਹਨੂੰ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਪ੍ਰਵਾਨ ਪਸੰਦ ਨਹੀਂ, 10ਵੇਂ ਪਾਤਸ਼ਾਹ ਦੀ ਪਸੰਦ ਨਹੀਂ, ਬ੍ਰਹਮ ਗਿਆਨੀਆਂ ਮਹਾਤਮਾ ਦੀ ਪਸੰਦ ਨਹੀਂ, ਹਾਸੀ ਭਰਪੂੰਜੇ ਦੀ, ਤਾਂ ਕਰਕੇ ਮਨ ਵਿੱਚ ਰੋਹ ਸੀ, ਤਾਂ ਤੁਹਾਡੇ ਸਮੱਖ ਰੱਖਿਆ ਹੈ। ਉਹਨਾਂ ਤੋਂ ਚਲਾਈਆਂ ਮਰਜ਼ਾਦਾ ਵਿੱਚ ਸੋ ਅੰਮ੍ਰਿਤ ਛਕਾ ਕੇ 5 ਪਿਆਰਿਆਂ ਨੇ ਉਸ ਮੌਕਾ ਕਹਿੰਦੇ 20,000 ਨੇ, ਕਿਸੇ ਨੇ ਜ਼ਿਆਦਾ ਲਿਖਿਆ, ਕਿਸੇ ਨੇ ਘੱਟ ਲਿਖਿਆ ਹੈ। ਇਤਿਹਾਸ ਹੀ ਹੈ, ਬਾਣੀ ਨਹੀਂ। ਬਾਣੀ ਤੇ ਲੱਕੜ ਦੇ ਤੇ ਪੱਥਰ ਤੇ ਨਹੀਂ, ਲੋਹੇ ਦੀ ਲਕੀਰ ਤੋਂ ਵੀ ਅਮਿੱਟ ਬਚਨ, ਅਮੋਘ ਬਚਨ ਨੇ। ਪਹਿਲੇ ਨੰਬਰ ਤੇ ਸਾਹਿਬ ਗੁਰੂ ਗ੍ਰੰਥ ਸਾਹਿਬ, ਦੂਸਰੇ ਨੰਬਰ ਤੇ 10ਮ ਗ੍ਰੰਥ ਤੇ ਰਹਿਤਨਾਮੇ ਤੇ ਭਾਈ ਗੁਰਦਾਸ। ਇਹਨਾਂ ਵਿੱਚੋਂ ਹਵਾਲੇ ਆਉਣ ਵਾਲੀਆਂ 2 ਵਿਦਵਾਨਾਂ 'ਚ ਮਹਾਰਾਜ ਸਾਹਿਬ ਸੇਵਾ ਲੈ ਲੈਣ ਤਾਂ ਲੋੜ ਕੀ ਪੈ ਗਈ। ਬਹੁਤੀਆਂ ਗੱਲਾਂ ਆਮ ਤੱਕ ਨਹੀਂ ਪਹੁੰਚਦੀਆਂ ਤੇ ਮਹਾਰਾਵੇ ਵੀ ਠੱਗੀ ਤੇ ਨਹੀਂ ਵੱਜ ਰਹੀ। ਗੁਰੂ ਨਾਨਕ ਪਾਤਸ਼ਾਹ ਦਿੱਤਾ ਹੋਇਆ ਨਾਮ ਪਸੰਦ ਨਹੀਂ, 10ਵੇਂ ਪਾਤਸ਼ਾਹ ਦਾ ਪਸੰਦ ਨਹੀਂ, ਬ੍ਰਹਮ ਗਿਆਨੀਆਂ ਦਾ ਪਸੰਦ ਨਹੀਂ, ਉਦੋਂ ਚੰਗਾ ਕਿਹਨੂੰ ਸਮਝ ਲਵੋਗੇ। ਖਰਾ ਉਹ ਵਿਚਾਰ ਅੰਮ੍ਰਿਤ ਛਕਾ ਕੇ ਤੇ ਇਹਨਾਂ ਟਕਸਾਲਾਂ ਤੋਂ ਤੇ ਦਲਾਂ ਵੱਖਰੇ ਨਹੀਂ। ਨਿਹੰਗ ਸਿੰਘ ਤਰਨਾ ਦਲ ਤੇ ਬੁੱਢਾ ਦਲ ਚੱਲਦਾ ਆਇਆ, ਉਹਨਾਂ ਵਿੱਚ ਅੰਮ੍ਰਿਤ ਛਕਾਉਂਦੇ ਨੇ। ਕੀ ਹੁੰਦਾ ਹੈ, ਸਭ ਤੋਂ ਪਹਿਲਾਂ 6 ਸਿੰਘ ਇਕੱਠੇ ਕੀਤੇ ਜਾਂਦੇ ਨੇ। ਰਹਿਤ ਵਿੱਚ ਪਰਪੱਕ ਸਿੰਘਣੀ ਸਮੇਤ ਅੰਮ੍ਰਿਤ ਛਕਿਆ ਨਿਤਨੇਮੀ ਤੇ ਬੱਜਰ ਕਰੈਤਾਂ ਤੇ ਛੋਟੀਆਂ ਤੋਂ ਵੀ ਬਚੇ ਹੋਣ ਤੇ ਬਾਣੀ ਦੇ ਨਿਤਨੇਮੀ ਹੋਣ ਤੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਨੂੰ ਖੜਿਆਂ ਕਰਕੇ ਤੇ ਵਾਰੀ ਇੱਕ ਸਿੰਘ ਚੌਰ ਹੱਥ ਵਿੱਚ ਲੈ ਕੇ ਨੰਗੀ ਸ੍ਰੀ ਸਾਹਿਬ ਲੈ ਕੇ ਪੁੱਛਦਾ ਹੈ, ਸਿੰਘਾਂ ਤੋਂ 5 ਪਿਆਰਿਆਂ 'ਚ ਲੱਗਣਾ ਹੈ, ਇਹਨਾਂ ਸ਼ਰਤਾਂ ਵਿੱਚ ਪਰਪੱਕ ਹੈ, ਕੋਈ ਢਿੱਲ ਤਾਂ ਨਹੀਂ ਤੇਰੇ 'ਚ ਜਾਂ ਤੇਰੀ। ਜੋੜ ਕੇ ਸਿਰ ਨੀਵਾਂ ਕਰਕੇ ਸਹੁੰ ਖਾਂਦਾ ਹੈ ਕਿ ਮੈਂ ਨਹੀਂ, ਗੁਰੂ ਸਾਹਿਬਾਂ ਨੇ ਮੈਨੂੰ ਬਚਾਇਆ ਹੈ। ਮਨ ਦੇ ਫੁਰਨੇ ਤਾਂ ਭੁੱਲ ਜਾਂਦੇ ਨੇ, ਗਲਤ ਪਾਸੇ ਚਲੇ ਜਾਂਦੇ ਨੇ, ਸਰੀਰ ਕਰਕੇ ਬਚਾਇਆ ਹੈ। ਮਹਾਰਾਜ ਸਾਹਿਬ ਕਿਰਪਾ ਕਰਕੇ ਸੇਵਾ ਲੈ ਲੈਣ, ਸਰੀਰ ਹਾਜ਼ਰ ਹੈ। ਇਸ ਪ੍ਰਕਾਰ ਸਾਹਮਣੇ ਸਿੰਘ ਆਪਣਾ ਪਰਨ ਬਚਨ ਦਿੰਦਾ, ਟੇਕ ਮੱਥਾ ਫਿਰ ਖਾ ਸੌਂ। ਇੱਦਾਂ 6 ਸਿੰਘਾਂ ਦੀ ਸੁਧਾਈ ਹੁੰਦੀ ਹੈ, ਜਿਨ੍ਹਾਂ 'ਚੋਂ ਇੱਕ ਗ੍ਰੰਥੀ ਬਿਠਾਇਆ ਜਾਂਦਾ ਹੈ ਤੇ 5 ਪਿਆਰਿਆਂ 'ਚ ਲੱਗਦੇ ਤੇ ਮਰਿਆਦਾ ਕਲਗੀਧਰ ਦੀ ਚਲਾਈ। ਥੱਲੇ ਬਸਰ ਵਿਛਾ ਕੇ ਉੱਨ ਦਾ ਪਵਿੱਤਰ ਜਾਣ ਕੇ ਜਾਂ ਰੇਸ਼ਮ ਦਾ, ਉੱਪਰ ਕੁੰਡਾ ਰੱਖ ਕੇ, ਸਰਬ ਲੋਹੇ ਦਾ ਬਾਟਾ ਰੱਖ ਕੇ। ਹੁਣ ਦਰਿਆਵਾਂ ਅਤੇ ਖੂਹਾਂ ਦੇ ਜਲਾਂ ਦੀ ਲੋੜ ਨਹੀਂ, ਸਮਾਂ ਬਦਲ ਗਿਆ ਹੈ, ਫਿਲਟਰ ਵਾਂਗੂ ਹੀ ਨਿਕਲਦਾ ਥੱਲਿਓਂ ਪਾਣੀ। ਉਹ ਜਲ ਪਾ ਕੇ ਪਿੱਛੇ ਸੀ ਤੇ ਪੁਣਕੇ ਪਾਉਂਦੇ ਸੀ। ਇਸ ਪ੍ਰਕਾਰ ਵਿੱਚ ਪੂਰੇ ਨਾ ਹੋਣ, ਜੋਕਾਂ ਨਾ ਹੋਣ, ਕੱਖ ਨਾ ਹੋਣ। ਇਸ ਪ੍ਰਕਾਰ ਗੁਰਮੁਖੋ ਜਲ ਪਾ ਕੇ ਤੇ ਫਿਰ 5 ਸਿੰਘ, ਇੱਕ ਜਣਾ ਨਹੀਂ 5 ਸਿੰਘ ਵੇਖ ਕੇ ਪਤਾਸਿਆਂ ਨੂੰ ਤੇ ਉਹ ਜਲ ਵਿੱਚ ਪਾਉਂਦੇ ਨੇ। ਫਿਰ ਤਾਬਿਆ ਬੈਠੇ ਸਿੰਘ ਦੀ ਆਗਿਆ ਮੰਗਦੇ ਨੇ, ਗੁਰੂ ਚਰਨਾਂ 'ਚ ਅਰਦਾਸ ਕਰ ਲੈਂਦੇ ਨੇ, ਹੁਕਮਨਾਮਾ ਹੋ ਜਾਂਦਾ ਹੈ। ਫਿਰ ਪਹਿਲਾ ਸਿੰਘ ਜਪਜੀ ਸਾਹਿਬ ਆਰੰਭ ਕਰਦਾ ਵੀਰ ਆਸਣ ਹੋ ਕੇ, ਜਿਵੇਂ ਕਲਗੀਧਰ ਜੀ ਵੀਰ ਆਸਣ ਹੋਏ ਸੀ। ਸੱਜਾ ਗੋਡਾ ਥੱਲੇ ਲਾਇਆ ਤੇ ਖੱਬਾ ਗੋਡਾ ਥੱਲੇ ਲਾਇਆ ਤੇ ਸੱਜਾ ਤਾਂ ਨੂੰ ਖੜਾ ਕੀਤਾ। ਇਹਨੂੰ ਵੀਰ ਆਸਣ ਕਹਿੰਦੇ ਆ। ਵੱਖਰੀ ਤਰ੍ਹਾਂ ਦਾ ਬਹਿਣਾ ਲਿਖਿਆ ਹੋਇਆ ਹੈ। ਇਸ ਤਰ੍ਹਾਂ ਫਿਰ ਜਪਜੀ ਸਾਹਿਬ ਖੰਡਾ ਨਾਲ ਫੇਰੀ ਜਾਣਾ, ਜਲ ਵਿੱਚ ਪਤਾਸੇ ਨਾਲ ਖੁਰੀ ਜਾਣੀ ਹੈ। ਸ੍ਰੀ ਸਾਹਿਬ ਵੱਡੀ ਬਾਟੇ ਦੇ ਕੰਢੇ ਨਾਲ ਲੱਗੀ ਹੋਣੀ ਹੈ। ਹਦਾਇਤ ਹੁੰਦੀ ਬਾਣੀ ਪੜ੍ਹਨ ਵਾਲੇ ਸਿੰਘਾ, ਤੇਰੀ ਬਾਣੀ ਪੜ੍ਹਦੇ ਦੀ ਆਵਾਜ਼ ਇਸ ਪਾਣੀ 'ਤੇ ਟਕਰਾਵੇ, ਤੇਰੇ ਅੱਖਾਂ ਦੇ ਨੇਤਰ ਪਾਸੇ ਨਾ ਹੋਣ। 5 ਸਿੰਘਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਤੁਸੀਂ ਪਾਣੀ 'ਤੇ ਨਿਗਾਹ ਰੱਖਣੀ ਹੈ। ਤੁਹਾਡੀ ਨਿਗਾਹ ਦਾ ਸਦਰਸ਼ ਤੇ ਬਾਣੀ ਦੀ ਆਵਾਜ਼ ਫਿਰਦੇ ਖੰਡੇ ਨੇ ਕਲਗੀਧਰ ਦੀ ਕਿਰਪਾ ਨਾਲ ਪਾਣੀ ਨੂੰ ਅੰਮ੍ਰਿਤ ਬਣਾਉਣਾ ਹੈ। ਇਸ ਤਰ੍ਹਾਂ ਅੰਮ੍ਰਿਤ ਤਿਆਰ ਹੁੰਦਾ ਹੈ। ਇਹ ਦੱਸਣ ਕਹਿਣ ਦੀ ਲੋੜ ਕਿਉਂ ਪੈ ਗਈ? ਦਾਸ ਵਿਦੇਸ਼ਾਂ 'ਚ ਫਿਰਦਾ ਆਇਆ ਹੈ, ਉਸ ਗ੍ਰੰਥੀ ਨੂੰ ਲਾ ਲਓ, ਇਸ ਰਾਗੀ ਨੂੰ ਲਾ ਲਓ, ਫਲਾਣੇ ਦੁਕਾਨ ਵਾਲੇ ਨੂੰ ਲਾ ਲਓ, ਐਵੇਂ ਫੜ ਕੇ 5 ਪਿਆਰਿਆਂ 'ਚ ਲਾ ਕੇ ਅੰਮ੍ਰਿਤ ਛਕਾ ਦਿਓ। ਸ਼ਕਤੀ ਕਿੱਥੋਂ ਲਿਆਉਣੀ ਹੈ? ਫਿਰ ਪਲਾਸਟਿਕ ਦੀ ਬਿੱਲੀ ਹੂਬਹੂ ਬਣਾ ਲਈ ਜਾਂਦੀ ਹੈ, ਪਰ ਮਿਆਉਂ ਨਹੀਂ ਜੇ ਕਹਿ ਸਕਦੀ। ਸ਼ਕਤੀ ਕਿੱਥੋਂ ਲਈ? ਆਹ ਢਿੱਲਾਂ ਬੜੀਆਂ ਵਰਤ ਰਹੀਆਂ ਨੇ।
ਮੱਛੀਆਂ ਖਾਣੇ ਲਾ ਲਓ ਪੰਜ ਪਿਆਰਿਆਂ ਵਿੱਚ, ਕਿਸੇ ਦੀ ਸਿੰਘਣੀ ਢਿੱਲੀ ਹੈ, ਕੋਈ ਕਰਹਿਤੀ ਹੈ, ਕੋਈ ਕਿਸ ਤਰ੍ਹਾਂ ਦਾ, ਅਤੇ ਉੱਥੋਂ ਕਿਵੇਂ ਪ੍ਰਾਪਤੀ ਹੋਵੇਗੀ। ਪੰਜ ਪਿਆਰੇ ਜ਼ਰੂਰ ਨਿਤਨੇਮੀ ਅਤੇ ਬਾਣੀ ਵਾਲੇ ਹੋਣੇ ਚਾਹੀਦੇ ਹੈ। ਟਕਸਾਲ ਵਾਲਿਆਂ ਨੇ ਆਪਣੇ ਨੇੜੇ ਢਡਿਆਲਾ ਨੱਤ ਅੰਮ੍ਰਿਤਸਰ ਰੋਡ 'ਤੇ ਅੰਮ੍ਰਿਤ ਦਾ ਬਾਟਾ ਤਿਆਰ ਕਰਦਿਆਂ ਚਾਨਣੀ 'ਚੋਂ ਅੰਮ੍ਰਿਤ ਚੋਣਾ ਸ਼ੁਰੂ ਹੋ ਗਿਆ, ਅਤੇ ਕੰਧਾਂ 'ਚੋਂ ਕਾਸ਼ਟ ਬਣੀ, ਸੰਗਤਾਂ ਇੰਨੀਆਂ ਪ੍ਰਭਾਵਿਤ ਹੋਈਆਂ, ਬਹੁਤਿਆਂ ਨੇ ਅੰਮ੍ਰਿਤ ਛਕਿਆ। ਅਤੇ ਦੋ ਤਿੰਨੀ ਥਾਈਂ ਹੋਰ ਵੀ, ਭਲਾ ਸਾਰਿਆਂ ਤੋਂ ਹੋਵੇਗਾ ਐਵੇਂ। ਉਹਨਾਂ ਸਿੰਘਾਂ ਦਾ ਜੀਵਨ ਹੀ ਇੰਨਾ ਉੱਚਾ ਸੀ, ਨਿਤਨੇਮ ਹੀ ਇੰਨਾ ਸੀ। ਇਸ ਪ੍ਰਕਾਰ ਆਤਮਾ ਪਵਿੱਤਰ ਹੋਣੀਆਂ ਚਾਹੀਦੀਆਂ। ਉਹਨਾਂ ਦੇ ਹੱਥੋਂ ਛਕਿਆ ਅੰਮ੍ਰਿਤ ਵਿਅਰਥ ਕਿਵੇਂ ਜਾਵੇਗਾ, ਸਫਲਤਾ ਦੀ ਪ੍ਰਾਪਤੀ ਹੋਵੇਗੀ। ਅੰਮ੍ਰਿਤ ਦਾ ਬਾਟਾ ਤਿਆਰ ਹੋ ਗਿਆ ਹੈ, ਅਬਲਾਖੀਆਂ ਦੀ ਪਹਿਲੋਂ ਸੁਧਾਈ ਕਰ ਲਈ ਹੈ। ਜਿਨ੍ਹਾਂ ਨੇ ਪਹਿਲੀ ਵਾਰੀ ਛਕਣਾ ਉਹ ਜ਼ਿਆਦਾ ਵੀ ਇਕੱਠੇ ਆ ਸਕਦੇ ਨੇ, ਨਹੀਂ ਤਾਂ ਦੋਨੋਂ ਜੀ। ਫਿਰ ਪੁੱਛਿਆ ਜਾਂਦਾ ਹੈ ਕਿ ਸਭ ਤੋਂ ਮਹਿੰਗੀ ਦੁਨੀਆ ਦੀ ਵਸਤੂ ਪਰਮੇਸ਼ਰ ਦਾ ਨਾਮ ਹੈ, ਅਤੇ ਗੁਰੂ ਵਾਲੇ ਤੁਸੀਂ ਬਣਨਾ ਹੈ, ਸਿੱਖੀ ਧਾਰਨ ਕਰਨੀ ਹੈ। ਅਤੇ ਮਹਾਰਾਜ ਸਾਹਿਬ ਸਿਰ ਲੈ ਕੇ ਆਰੰਭ ਕੀਤੀ ਸੀ ਪੰਜਾਂ ਦੇ, ਆਪਣਾ ਸਰਬੰਸ ਦਿੱਤਾ, ਆਪ ਅੰਮ੍ਰਿਤ ਛਕਿਆ। ਤੁਸੀਂ ਕੀ ਦੇਵੋਗੇ, ਸਭ ਕੁਛ ਹੀ ਹਾਜ਼ਰ ਹੈ। ਤੇਗ ਮੱਥਾ ਸੁਧਾਈ ਹੋ ਚੁੱਕੀ, ਅੰਮ੍ਰਿਤ ਬਣ ਚੁੱਕਿਆ, ਬਾਟਾ ਹੱਥਾਂ 'ਤੇ ਚੁੱਕ ਲਿਆ, ਭਾਰਾ ਹੋਵੇ ਥੋੜ੍ਹਾ ਚੁੱਕ ਲਓ, ਫਿਰ ਵਿੱਚ ਮਿਲਾ ਦਿਓ। ਅਤੇ ਨਾਲ ਫਿਰ ਅਰਦਾਸ ਕੀਤੀ ਹੈ, ਨਾਲ ਹੀ ਖੰਡਾ ਫਿਰੀ ਜਾਂਦਾ ਹੈ। ਅਰਦਾਸ ਹੋ ਗਈ, ਮਹਾਰਾਜ ਦੀ ਕਿਰਪਾ ਨਾਲ ਅੰਮ੍ਰਿਤ ਤਿਆਰ ਹੋ ਗਿਆ ਹੈ। ਫਿਰ ਥੱਲੇ ਰੱਖ ਕੇ ਕੁੰਡੇ 'ਤੇ ਉੱਪਰ ਰੁਮਾਲਾ ਫੜ ਕੇ ਰੱਖ ਲਿਆ ਜਾਂਦਾ ਹੈ। ਪੰਜਾਂ ਹੀ ਸਿੰਘਾਂ ਨੇ ਫਿਰ ਹੁਕਮਨਾਮਾ ਸੁਣਿਆ ਜਾਂਦਾ, ਫਿਰ ਮੇਜ਼ 'ਤੇ ਰੱਖਿਆ ਜਾਂਦਾ, ਥੱਲੇ ਬਾਟੇ ਰੱਖੇ ਜਾਂਦੇ ਹੈ। ਫਿਰ ਬੀਰ ਆਸਣ ਖਿਲਾਰ ਕੇ ਅੰਮ੍ਰਿਤ ਛਕਾਉਣ ਵਾਲਿਆਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਪੰਜਾਂ ਨੂੰ ਅੰਮ੍ਰਿਤ ਛਕਾ ਕੇ ਅਤੇ ਫਿਰ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ, ਇਹਦੇ ਉੱਤੇ ਹੋਰ ਕੋਈ ਅੰਮ੍ਰਿਤ ਨਹੀਂ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਪਾਈ, ਜਿਸ ਸਿਮਰਤ ਸੁਖ ਪਾਈਏ ਸਭ ਤਿਖਾ ਬੁਝਾਈ। ਅੰਮ੍ਰਿਤ ਪੀਆ ਸਤਿਗੁਰ ਦੀਆ, ਹੋ ਅਵਰ ਨ ਜਾਣਾ ਦੂਆ ਤੀਆ। ਏਕ ਬੂੰਦ ਗੁਰ ਅੰਮ੍ਰਿਤ ਦੀਨੋ, ਤਾਂ ਅਟਲ ਅਮਰ ਨਾਮ ਹੁਆ। ਸਹੀ ਮੈਨੇ ਜੇ ਪ੍ਰਾਪਤ ਹੁੰਦਾ ਹੋਵੇ। ਇਸ ਪ੍ਰਕਾਰ ਗੁਰਮੁਖ ਅੰਮ੍ਰਿਤ ਛਕਾ ਕੇ ਫਿਰ ਉਹਨਾਂ ਵਿੱਚੋਂ ਇੱਕ ਸਿੰਘ ਜਥੇਦਾਰ ਹੋ ਕੇ ਸ੍ਰੀ ਸਾਹਿਬ ਨੰਗੀ 'ਤੇ ਲੈ ਕੇ ਤਾਬਿਆ ਖਲੋ ਕੇ, ਨਾਲ ਇਹ ਵੀ ਚੇਤਾ ਰੱਖਣਾ ਹੈ ਕਿ ਅੰਮ੍ਰਿਤ ਛਕਣ ਵਾਲੇ ਪੰਜ ਪਿਆਰਿਆਂ ਦੇ ਪੇਸ਼ ਹੁੰਦੇ ਆ, ਇਕੱਲੇ ਦੇ ਨਹੀਂ। ਅਤੇ ਪੰਜਾਂ ਨੇ ਮਿਲ ਕੇ ਜਿਹਨੇ ਕਿਰੈਤ ਕੀਤੀ ਦੁਬਾਰਾ ਛਕਾਉਣਾ, ਪੰਜੇ ਮਿਲ ਕੇ ਉਹਨੂੰ ਤਨਖਾਹ ਲਾਉਂਦੇ ਆ। ਬਾਣੀ ਦੀ ਲਾ ਦੇਣ, ਸੇਵਾ ਦੀ ਲਾ ਦੇਣ, ਉਹਨੂੰ ਅਰਦਾਸ ਕਰ ਦਿੰਦੇ, ਮਹਾਰਾਜ ਸਾਹਿਬ ਨੂੰ ਬਖਸ਼ ਲਓ। ਜਿਹੜਾ ਝੂਠ ਬੋਲੇਗਾ, ਨਾ ਦੱਸੇਗਾ, ਉਹਨੂੰ ਧਰਮਰਾਜ ਦੇ ਪੇਸ਼ ਹੋਣਾ ਪਊ, ਸਜ਼ਾ ਸਹਿਣੀ ਪਊ। ਇੱਥੇ ਪੰਜ ਪਿਆਰੇ ਬਖਸ਼ ਦਿੰਦੇ ਨੇ। ਫਿਰ ਸਭ ਤੋਂ ਮਹਿੰਗੀ ਅਣਮੁੱਲੀ ਦਾਤ, ਪਹਿਲੇ ਪੰਜ ਵਾਲੀ ਮੂਲ ਮੰਤਰ ਪੰਜ ਪਿਆਰੇ ਅੱਗੇ ਬੋਲਦੇ ਨੇ, ਅਤੇ ਬਲਾਖੀ ਅੰਮ੍ਰਿਤ ਛਕਣ ਵਾਲੇ ਪਿੱਛੇ ਬੋਲਦੇ ਨੇ। ਫਿਰ ਪੰਜ ਵਾਰੀ ਗੁਰ ਮੰਤਰ, ਵਾਹਿਗੁਰੂ ਮੰਤਰ, ਫਿਰ ਰਾਇਤਾਂ ਅਤੇ ਕਰੈਤਾਂ ਸਮਝਾਈਆਂ ਜਾਂਦੀਆਂ। ਇਸ ਪੱਖ 'ਚ ਕੁਝ ਕੁ ਮਿੰਟ ਹੋਰ ਬੇਨਤੀਆਂ ਕਰ ਲਈਏ। ਉਹ ਮੂਲ ਮੰਤਰ ਜਿਸ ਦੀ ਆਰੰਭਤਾ ਮਹਾਰਾਜ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਅਤੇ ਪੁਰਾਤਨ ਚਲੀ ਆਉਂਦੀ ਹੈ। ਵੇਈ ਨਦੀ ਦੁਆਰਾ ਪ੍ਰਵੇਸ਼ ਸੱਚਖੰਡ ਕਾਲਪੁਰਖ ਪਾਸੋਂ ਲੈ ਕੇ ਆਏ ਗੁਰਪ੍ਰਸਾਦ ਤੱਕ ਹੱਥ ਜੋੜੇ ਅਤੇ ਸਿਰ ਨਵਾਇਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਅਕਾਲ ਗੰਮੀ ਸ਼ਕਤੀ ਦੇ ਸਾਹਮਣੇ। ਮਨਾ ਜਪਣਾ ਕਾਰੇ ਸੁਨੋ, ਜਪਣੇ ਯੋਗ ਹੈ ਜਪੇਗਾ, ਸੁਣੇਗਾ ਪਾਪ ਜਪਤ ਹੋ ਜਾਣਗੇ। ਇਹਦਾ ਨਾਂ ਹੀ ਜਪ ਹੈ, ਲੈ ਕੇ ਰੱਖਣ ਵਾਸਤੇ ਨਹੀਂ। ਕਿਹਨੂੰ ਜਪ? ਜਿਹੜੇ ਪਿੱਛੇ ਨਾਮ ਆਏ ਨੇ ਆ ਤੋਂ ਲੈ ਕੇ ਹੁਣ ਤੱਕ, ਉਹ ਸੱਚੇ ਨੇ। ਆਦ ਸੱਚ ਯੁੱਗਾਂ ਦੀ ਬਣਤਰ ਹੋਈ, ਅੱਗੇ ਨੂੰ ਵੀ ਸੱਚੇ ਹੋਣਗੇ। ਸ੍ਰਿਸ਼ਟੀ ਭਾਵੇਂ ਖਤਮ ਹੋ ਜਾਏ ਫਿਰ ਵੀ ਸੱਚੇ ਹੀ ਰਹਿਣਗੇ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਬੜਾ ਜ਼ੋਰ ਲੱਗਾ ਹੈ ਕਿ ਗੁਰਪ੍ਰਸਾਦ ਤੱਕ ਪੜ੍ਹਨਾ, ਅਤੇ ਪੜ੍ਹੀ ਜਾਓ, ਫਿਰ ਕੀ ਹੈ, ਰੱਬ ਦਾ ਨਾਂ ਹੀ ਹੈ। ਪਰ ਪੂਰਾ ਕਿਉਂ ਨਾ ਪੜ੍ਹੋ। ਟਕਸਾਲ ਵਾਲਿਆਂ ਮਹਾਤਮਾ ਗ੍ਰੰਥਾਂ 'ਚ ਲਿਖਿਆ, ਦਾਸ ਕੋਲੋਂ ਨਹੀਂ ਕਹਿੰਦਾ। ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਇਕੱਤਰ ਕੀਤੀ, ਭਗਤ ਬਾਣੀ ਸਮੇਤ। ਇਹ ਮੰਗਲਾ ਚਰਨ 4 ਤਰ੍ਹਾਂ ਦੇ ਲਿਖੇ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਤੱਕ, ਭਗਤਾਂ ਦੀ ਬਾਣੀ ਦੇ ਆਰੰਭ ਵਿੱਚ ਵੀ। ਭਗਤਾਂ ਵੇਲੇ ਤਾਂ ਅੰਮ੍ਰਿਤ ਸਚਾਰ ਨਹੀਂ ਸੀ, ਗੁਰੂ ਨਾਨਕ ਪਾਤਸ਼ਾਹ ਨਹੀਂ ਸੀ, 10ਵੇਂ ਪਾਤਸ਼ਾਹ ਨਹੀਂ ਸੀ। ਉਹਨਾਂ ਦੇ ਹਰੀ ਹਰੀ ਜਾਂ ਰਾਮ ਵਾਸਦੇਵ ਆਦਿ ਗੋਬਿੰਦ ਜਪਿਆ ਅਤੇ ਪ੍ਰਾਪਤੀਆਂ ਹੋਈਆਂ। ਇੱਕ ਓਂਕਾਰ ਸਤਿਗੁਰ ਪ੍ਰਸਾਦ 522 ਵਾਰੀ ਸਾਹਿਬ ਗੁਰੂ ਗ੍ਰੰਥ ਸਾਹਿਬ 'ਚ ਮਹਾਤਮਾ ਲਿਖਿਆ ਹੈ ਕਿ ਆਉਂਦਾ ਹੈ। ਇੱਕ ਓਂਕਾਰ ਸਤਨਾਮ ਗੁਰ ਪ੍ਰਸਾਦ, ਇਹ 2 ਵਾਰੀ ਆਉਂਦਾ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਹ 9 ਵਾਰੀ ਆਉਂਦਾ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ,
ਅਜੂਨੀ ਸਹਿਬੰ ਗੁਰ ਪ੍ਰਸਾਦ। ਇਹ 32 ਵਾਰੀ ਆਉਂਦਾ ਹੈ। ਇੱਕ ਵਾਰੀ ਆਰੰਭ ਵਿੱਚ ਜਪਜੀ ਸਾਹਿਬ ਦੇ ਨਾਨਕ ਹੋਸੀ ਵੀ ਸੱਚ ਤੱਕ 33 ਵਾਰੀ ਆਉਂਦਾ ਹੈ। ਇਹਨਾਂ ਦੀ ਗਿਣਤੀ ਮਹਾਤਮਾ ਨੇ 566 ਮੰਨੀ ਹੈ। ਇਸ ਪ੍ਰਕਾਰ ਤੇ 501 ਵਾਰੀ ਬਾਣੀ ਆਰੰਭ ਹੋਣ ਤੋਂ ਬਾਅਦ ਵਿੱਚ ਲਿਖਿਆ ਹੈ ਤੇ 65 ਵਾਰੀ ਪਹਿਲੋਂ ਲਿਖਿਆ ਹੈ। ਤੇ ਨਵੇਂ ਜਿਹੜੇ ਕਿਤਾਬੀ ਕੀੜੇ ਨਵੇਂ ਜੰਮੇ, ਕਹਿੰਦੇ ਗੁਰੂ ਅਰਜਨ ਸਾਹਿਬ ਜੀ ਨੇ ਵੀ ਗਲਤੀ ਕਹਿ ਦਿੱਤੇ ਤੇ ਭਾਈ ਗੁਰਦਾਸ ਜੀ ਨੇ ਵੀ ਗਲਤੀ ਲਿਖ ਦਿੱਤੇ ਹੈ ਤੇ 10ਵੇਂ ਪਾਤਸ਼ਾਹ ਵੀ ਐਵੇਂ ਮੰਨ ਲਿਆ ਤੇ ਹੋਰ ਨਾ ਬ੍ਰਹਮ ਗਿਆਨੀ ਐਵੇਂ ਮੰਨ ਲਿਆ। ਅਸੀਂ ਸਿਆਣੇ ਆ, ਇਹਨਾਂ ਨੂੰ ਪਤਾ ਨਹੀਂ ਸੀ। ਉਹ 500 ਦੇ ਇੱਕ ਗਲਤੀਆਂ ਲੱਭ ਲਈਆਂ ਗੁਰੂ ਗ੍ਰੰਥ ਸਾਹਿਬ, ਸਾਰੇ ਮੰਗਲ ਚੁੱਕ ਕੇ ਉੱਪਰ ਕਰ ਦਿੱਤੇ। ਸੰਤਾਂ ਭਗਤਾਂ ਨੇ ਅੱਖਾਂ ਵਿਖਾਈਆਂ, ਤੁਹਾਨੂੰ ਹੱਕ ਕਹਿੰਦੇ ਦਿੱਤਾ। ਗੁਰੂ ਸਾਹਿਬਾਂ ਦੇ ਕਿੰਤੂ ਕਰਨ ਤੇ ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਵੀ ਪੋਥੀਆਂ ਵੀ ਛਪਾ ਦਿੱਤੀਆਂ, ਫਿਰ ਸਾਰੀਆਂ ਬੰਦ ਕਰਵਾਈਆਂ ਸੀ। ਇਹੋ ਜਿਹੀ ਹਾਲਾਤ ਚੱਲਦੀ ਆਈ ਹੈ ਤੇ ਹੁਣ ਵੀ ਜ਼ੋਰ ਲੱਗਾ ਤੇ ਪਹਿਲੇ ਵੀ ਲੱਗਾ। ਆਰੰਭ ਵਿੱਚ ਬੇਨਤੀ ਕੀਤੀ ਹੈ ਤੇ ਗਾਂ ਵੀ ਇਹਨਾਂ ਦਾ ਲੱਗਣਾ ਹੈ, ਜਿਹੜੇ ਸਰਕਾਰ ਦੇ ਖਰੀਦੇ ਲਾਲਚੀ ਵਿੱਚ ਵੜੇ ਹੋਏ ਨੇ। ਇਸ ਪ੍ਰਕਾਰ ਸਤਿਗੁਰੂ ਕਿਰਪਾ ਕਰਨ ਤੇ ਆਪਣੇ ਖਾਲਸੇ ਨੂੰ ਬਚਾ ਕੇ ਰੱਖਣ। ਸੋ ਚੱਲਦਾ ਆਇਆ ਹੈ ਇਹਦੇ ਹਵਾਲੇ ਜਪਜੀ ਸਾਹਿਬ ਮੂਲ ਮੰਤਰ ਆਰੰਭ ਇੱਥੋਂ ਹੁੰਦਾ ਹੈ। ਜਪਜੀ ਸਾਹਿਬ 38 ਪੌੜੀਆਂ ਨੇ, ਮੂਲ ਮੰਤਰ ਸ਼ਲੋਕ ਪਾ ਕੇ 40 ਬਣਦੀਆਂ ਨੇ। ਇਸ ਮੂਲ ਮੰਤਰ ਬਾਰੇ ਵਿਚਾਰ ਕਰੀਏ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਤੱਕ, ਤੇ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਬ੍ਰਹਮ ਗਿਆਨੀ ਮਨੀ ਸਿੰਘ, ਬਾਬੇ ਦੀਪ ਸਿੰਘ ਦੇ ਦੋਨਾਂ ਟਕਸਾਲਾਂ ਤੇ ਦਲਾਂ ਤੋਂ ਲੈ ਕੇ ਹੁਣ ਤੱਕ ਉਹਨਾਂ ਸਾਰਿਆਂ ਵਿੱਚ ਪੂਰਾ ਹੀ ਹੈ। ਜਿਹੜੇ ਘੱਟ ਪੜ੍ਹਦੇ ਉਹਨਾਂ ਦੀ ਆਪਣੀ ਮਰਜ਼ੀ। ਤੁਸੀਂ ਇਕੱਲਾ ਇੱਕ ਓਂਕਾਰ ਹੀ ਜਪੀ ਜੋ, ਉਹਦੇ ਵਿੱਚ ਵੀ ਸ਼ਕਤੀ ਹੈ। ਇਹ ਜਿਹੜੇ 4 ਤਰ੍ਹਾਂ ਦੇ ਮੰਗਲਾਚਰਨ ਨੇ, ਜਪੋ ਕੋਈ ਖੰਡਨ ਨਹੀਂ ਇਹਦਾ, ਪਰ ਵੱਧ ਨੂੰ ਵੱਧ ਪ੍ਰਾਪਤੀ ਹੈ ਤੇ ਘੱਟ ਵਾਲੇ ਨੂੰ ਘੱਟ ਹੋਵੇਗੀ। ਇਹ ਵੀ ਗੱਲ ਮੰਨਣਾ ਪਊ। ਜਿਵੇਂ ਸਿਆਣਿਆਂ ਦਾ ਕਥਨ ਹੈ ਵੀ ਗੁੜ ਪਾਇਆ ਹੀ ਮਿੱਠਾ ਹੋਣਾ ਹੈ। ਜਿੱਥੇ ਕਿਹਾ ਵੀ ਜਪਜੀ ਸਾਹਿਬ, ਜਾਸ ਵਗੇ, ਚੌਪੀ, ਨਰ ਸਾਹਿਬ, ਇਹ ਬਾਣੀਆਂ ਪੜ੍ਹੀਆਂ ਸੀ ਮਹਾਰਾਜ ਸਾਹਿਬ ਨੇ। ਪੁਰਾਤਨ ਇਹ 5 ਬਾਣੀਆਂ ਨਹੀਂ ਸੀ। ਪੁਰਾਤਨ ਤਾਂ ਦੱਖਣੀ ਓਂਕਾਰ, ਸਿੱਧ ਗੋਸ਼ਟ, ਬਾਵਨ ਅੱਖਰੀ, ਆਨੰਦ ਸਾਹਿਬ, ਸੁਖਮਨੀ ਸਾਹਿਬ ਇਹ ਪੜ੍ਹਦੇ ਸੀ। ਕਹਿੰਦੇ ਬਸੂਰਮੇ ਕਹਿੰਦੇ ਚਿਰ ਬੜਾ ਲੱਗ ਜਾਂਦਾ ਹੈ। ਜਿਹੜੀਆਂ ਅੰਮ੍ਰਿਤ ਸੰਚਾਰ ਵਾਲੀਆਂ ਇਹ 5 ਪੜ੍ਹ ਲਿਆ ਕਰੀਏ ਛੋਟੀਆਂ। ਤੇ ਹੋਣ ਵਾਲੇ ਕੀ ਆਂਦੇ ਹੈ, ਕਹਿੰਦੇ ਸਿੱਖਾਂ ਦਾ ਨਿਤਨੇਮ ਹੈ ਜਪਜੀ ਜਾਪ ਸਵਈਏ ਸੋਧਰ ਸੋਹਿਲਾ, ਹੋਰ ਤੁਸਾਂ ਕੀ ਲੈਣਾ ਹੈ। ਆਹ ਕੁਛ ਕਹਿਣ ਦੇ ਤੁਸੀਂ ਇਹ ਵੀ ਨਾ ਪੜ੍ਹੋ, ਤੁਹਾਨੂੰ ਕੀ, ਲੋਕਾਂ ਨੂੰ ਕਿਉਂ ਛਡਾਉਂਦੇ ਹੋ। ਕਿਤੇ ਇਹ ਵੀ ਲਿਖਿਆ ਵੀ ਵੱਧ ਨਾ ਪੜ੍ਹਿਓ, ਜਿੰਨੀ ਮਰਜ਼ੀ ਵੱਧ ਤੋਂ ਵੱਧ ਬਾਣੀ ਪੜ੍ਹੋ। ਨਿਤਨੇਮ ਕੋ 5 ਪੌੜੀਆਂ ਆਨੰਦ ਸਾਹਿਬ ਹੀ ਨਹੀਂ, ਜਾਂ 5 ਪੌੜੀਆਂ ਜਪਜੀ ਸਾਹਿਬ ਹੀ ਨਹੀਂ। ਨਿਤਨੇਮ ਦਾ ਜਿੰਨਾ ਬਣਾ ਲਓ ਓਨਾ ਹੀ ਥੋੜ੍ਹਾ। ਵੱਧ ਤੋਂ ਵੱਧ ਬਾਣੀ ਨਾਮ ਰੂਪ ਹੈ, ਬਾਣੀ ਜਾਪ ਰੂਪ ਹੈ, ਸਿਮਰ ਰੂਪ ਹੈ। ਜਿਹਨੂੰ ਅੱਖਰ ਨਹੀਂ ਆਉਂਦੇ ਉਹ ਵਾਹਿਗੁਰੂ ਵਾਹਿਗੁਰੂ ਪੜ੍ਹੀ ਚੱਲੋ। ਜੋ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੇ। ਵੱਡੀ ਗਤੀ ਨੂੰ ਪ੍ਰਾਪਤ ਹੋ ਸਕਦਾ ਪੜ੍ਹਿਆ ਹੋਵੇ ਜਾਂ ਅਨਪੜ੍ਹ ਹੋਵੇ। ਮੂਲ ਮੰਤਰ ਦੀਆਂ ਮਾਲਾ ਰੱਖ ਲਓ, ਪੈਨੀਆਂ ਰੋਜ਼ ਕਰਨੀਆਂ। ਮਾਲਾ ਕੋਈ ਬੰਦਗੀ ਨਹੀਂ, ਮਾਲਾ ਤਾਂ ਸਿਮਰਨ ਕਰਨ ਵਾਸਤੇ ਹੈ। ਨਿਤਨੇਮ ਵਾਸਤੇ ਵਿੱਚ 5 ਕਰਨੀਆਂ, 10 ਕਰਨੀਆਂ, 50 ਕਰਨੀਆਂ, 52 ਕਰਨੀਆਂ ਕਰਦੇ ਨੇ। ਇੰਨੀਆਂ ਰਹਿ ਗਈਆਂ ਮੇਰੀਆਂ, ਇੰਨੀਆਂ ਕਰਨੀਆਂ ਅਜੇ ਨਿਤਨੇਮ ਵਾਸਤੇ ਹੈ। ਇਸ ਪ੍ਰਕਾਰ ਪੈਰਾਂ ਦੇ ਤੁਰਨ ਨਾਲ ਵੀ ਸਿਮਰਨ ਹੋ ਸਕਦਾ, ਘੜੀ ਦੇ ਟਿਕ ਟਿਕ ਨਾਲ ਵੀ ਸਿਮਰਨ ਹੋ ਸਕਦਾ, ਸਵਾਸਾਂ ਨਾਲ ਵੀ ਹੋ ਸਕਦਾ, ਬੈਖਰੀ ਉੱਚੀ ਉੱਚੀ ਵੀ ਹੋ ਸਕਦਾ, ਮਧਮਾ ਕੰਠ ਵਿੱਚ ਹੋ ਸਕਦਾ ਹੈ, ਬਸੰਤੀ ਹਿਰਦੇ 'ਚ ਹੋ, ਪਰਾ ਰੋਮ ਰੋਮ 'ਚ ਹੋ ਸਕਦਾ ਹੈ। ਕਰਦੇ ਆਏ ਨੇ ਮਹਾਤਮਾ ਬਾਣੀ, ਸਾਰੇ ਇਹਨਾਂ ਦੇ ਮਹਾਤਮ ਲਿਖੇ ਨੇ। ਗੁਰਮੁਖ ਰੋਮ ਰੋਮ ਹਰ ਧਿਆਵੇ, ਇੱਕ ਸਾਹਾ ਤੁਝੇ ਧਿਆਏ ਦਾ। ਇਹ ਵੀ ਵੰਡਾਂ ਪਾਈਆਂ, ਇਸ ਤਰ੍ਹਾਂ ਕਰਨਾ ਨੇ, ਇਸ ਤਰ੍ਹਾਂ ਕਰਨਾ। ਸਤ ਬਾਬਾ ਕਰਤਾਰ ਸਿੰਘ ਜੀ ਦਾਸ ਦੇ ਨਾਲ ਸਾਈਕਲ 'ਤੇ ਬਹਿ ਕੇ ਇੱਕ ਵਾਰੀ ਤੇ ਬੇਨਤੀ ਕੀਤੀ ਜੀ ਕਿਸ ਤਰ੍ਹਾਂ ਕਰਨਾ ਚਾਹੀਦਾ। ਕਹਿੰਦੇ ਮਿਸ਼ਰੀ ਦਾ ਪਹਾੜ ਹੈ, ਜਿੱਧਰੋਂ ਛਕੋਗੇ ਉੱਧਰੋਂ ਮਿੱਠੀ ਲੱਗਣੀ ਹੈ, ਛਕਣਾ ਚਾਹੀਦਾ ਹੈ। ਗੱਲ ਹੀ ਮੁਕਾ ਦਿੱਤੀ। ਇਸ ਪ੍ਰਕਾਰ ਇਹਨਾਂ ਵਹਿਮਾਂ 'ਚ ਪੈਣ ਦੀ ਲੋੜ ਨਹੀਂ। ਪਾਉਣ ਵਾਲੇ ਆਪਣਾ ਯਤਨ ਕਰੀ ਜਾਂਦੇ ਨੇ, ਕਰੀ ਜਾਂਦੇ ਨੇ। ਇਸ ਪ੍ਰਕਾਰ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਮਾਸ ਖਾਣ ਦੀ ਕਿਤੇ ਆਗਿਆ ਨਹੀਂ। ਰਹਿਤਨਾਮੇ 'ਚ ਪੁੱਠਾ ਲਿਖਿਆ, ਪਤਾ ਵੀ ਇਹਨਾਂ ਹਟਣਾ ਨਹੀਂ ਵਿੱਚੋਂ। ਕਲਮਾ ਪੜ੍ਹਿਆ ਹੋਇਆ ਮੁਸਲਮਾਨਾਂ ਵਾਲਾ ਕਦੇ ਵੀ ਨਹੀਂ ਤੇ ਦੂਜਾ ਵੀ ਨਹੀਂ। ਬੜੀ ਪੰਕਤੀ ਕੰਮ ਦਿੰਦੀ ਹੈ, ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ। ਇਹ ਸਾਰੇ ਸ਼ਬਦ ਖਾਣ ਦੀ ਆਗਿਆ, ਇੱਕ ਪੰਕਤੀ ਵੀ ਨਹੀਂ। ਸਾਰੇ ਦੀ ਕਥਾ ਹੋਵੇ, ਉਥਾਨਕਾ ਹੋਵੇ। ਅਖੀਰ ਸੱਚੇ ਪਾਤਸ਼ਾਹ ਨੇ ਜੋ ਝਾਂਸੀ ਦੀ ਰਾਣੀ ਨੇ ਮੱਟ ਵਿੱਚ ਭਾਵ ਮਾਸ ਪਾਇਆ ਸੀ ਹਰਨ ਦਾ, ਤੇ ਖੀਰ ਕੱਢ ਕੇ ਖਵਾਈ ਸੀ ਸੰਗਤਾਂ ਨੂੰ, ਕੱਢੋ ਤੇ ਖਾਓ। ਇਸ ਪ੍ਰਕਾਰ ਕਿਤੇ ਵੀ ਆਗਿਆ ਨਹੀਂ ਗਈ, ਪਰ ਉਹਨਾਂ ਨੂੰ ਦਾਅ ਲੱਗੀ ਜਾਂਦਾ ਹੈ ਭੜਕਾਉਣ ਵਾਸਤੇ ਸੰਗਤਾਂ ਨੂੰ।
असंख गल वढ हत्या कमाहे हत्यारे पुरख। असंख संख नहीं असंख गिनती तो रहत। दूजिਆਂ ਦੇ गले वढ वढ के ਜਿਹੜੇ ਖਾਂਦੇ ਨੇ ਹਥਿਆਰੇ ਹत्या पाप ਕਰਦੇ ਨੇ। ਇਹ ਵੀ ਕਦੇ ਸੁਣਾਈ ਉਹਨਾਂ ਨੇ। ਹੋਰ ਬੜੀਆਂ ਪੰਕਤੀਆਂ ਤੇ ਬੜੇ ਪ੍ਰਮਾਣ ਇਸ ਪਾਸੇ ਨਾ ਜਾਵਾਂ। ਸੋ ਗੁਰਮੁਖੋ ਮੂਲ ਮੰਤਰ ਚਲਾਈਆਂ ਟਕਸਾਲਾਂ ਕਲਗੀਧਰ ਦੀ ਦਿਲਾਂ ਅਨੁਸਾਰ ਮਹਾਤਮਾ ਅਨੁਸਾਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਕੋਲ ਚੱਲਦੀ ਹੈ ਬੇਦੀ ਕੋਲ। ਜੋ 17ਵੀਂ 18ਵੀਂ ਪੀੜ੍ਹੀ ਵਿੱਚ ਚਲੇ ਗਈ ਹੈ ਉਹਨਾਂ ਨੂੰ ਪੁੱਛ ਲਓ ਵੀ ਤੁਸੀਂ ਮੂਲ ਮੰਤਰ ਕਿੰਨਾ ਪੜ੍ਹਦੇ ਹੋ। ਕਹਿਣਗੇ ਨਾਨਕ ਹੋਸੀ ਵੀ ਸੱਚ ਤੱਕ। ਇਹੀ ਉੱਤਰ ਮਿਲੂ। 6ਵੇਂ ਪਾਤਸ਼ਾਹ ਮਹਾਰਾਜ ਸਾਹਿਬ ਬਾਬੇ ਸ੍ਰੀ ਚੰਦ ਨੇ ਇੱਕ ਪੁੱਤਰ ਸਾਨੂੰ ਦੇ ਦਿਓ, ਲੈ ਲਓ ਜੀ, ਜਿਹੜਾ ਮਰਜ਼ੀ ਗੁਰੂ ਦਿੱਤਾ ਦੇ ਦਿਓ, ਵੱਡਾ ਪੁੱਤਰ ਦੇ ਦਿੱਤਾ। ਇਸ ਪ੍ਰਕਾਰ ਫਿਰ ਉਸ ਦੇ ਅੱਗੇ 4 ਚੇਲੇ ਬਣੇ। ਸੋ ਜਿਹਦੇ ਵਿੱਚ ਬਾਲੂ ਹਸਣਾ ਗੋਬਿੰਦਾ ਅਲਮਸਤ ਆਦਿਕ ਜਿਨ੍ਹਾਂ ਦੇ ਨਾਂ ਨੇ ਬਾਲੂ ਹਸਨਾ ਅਤੇ ਗੋਬਿੰਦਾ ਅਲਮਸ ਫੂਲੇ ਸ਼ਾਹ। 4 ਉਹਦੇ ਚੇਲੇ ਅੱਗੇ ਬਣੇ। 4 ਧੂਣੀਆਂ ਅਤੇ 400 ਤੋਂ ਵੱਧ ਉਹਨਾਂ ਦੀਆਂ ਮੰਡਲੀਆਂ ਚੱਲਦੀਆਂ ਨੇ। ਉਹਨਾਂ ਦੇ ਵਿੱਚੋਂ ਇੱਕ ਦਾਸ ਦੇ ਨਗਰ ਵਿੱਚੋਂ ਭਰਾ ਹੀ ਲੱਗਦਾ ਸੀ, ਚਲੇ ਗਿਆ, ਸਾਧ ਬਣ ਗਿਆ। ਉਹਨੇ ਬੜੇ ਚਿਰ ਬਾਅਦ ਮੰਡਲੀ ਲੈ ਕੇ ਨਗਰ ਵਿੱਚ ਆਇਆ, ਖੰਡ ਪਾਠ ਕਰਾਇਆ। ਇਸ ਪ੍ਰਕਾਰ ਨਾਲ ਮੂਲ ਮੰਤਰ ਦਾ ਜਾਪ ਰੱਖਿਆ। ਮੈਂ ਪੁੱਛਿਆ ਵੀ ਕਿੰਨਾ ਪੜ੍ਹਦੇ ਹੋ? ਕਹਿੰਦਾ ਸਾਡੇ ਸਾਰੇ ਨਾਨਕ ਹੋਸੀ ਵੀ ਸੱਚ ਤੱਕ ਪੜ੍ਹਦੇ ਹੈ। ਬੇਦੀ ਕੋਲ ਵਿੱਚ ਵੀ ਇੰਨਾ ਹੀ ਪੜ੍ਹਦੇ ਹੈ ਅਤੇ ਦੂਜੀਆਂ ਸਾਰੇ ਜਦ ਸਾਰਾ ਕੀਤਾ ਦਾਸ ਨੇ ਇੰਨਾ ਹੀ ਪੜ੍ਹਦੇ ਆ। ਅਤੇ ਸਭ ਤੋਂ ਵੱਡਾ ਸਿਆਣਾ ਤਾਂ ਭਾਈ ਗੁਰਦਾਸ ਜੀ ਨੂੰ ਮੰਨਣਾ ਪਊ। ਗੁਰੂ ਅਮਰਦਾਸ ਜੀ ਦਾ ਭਤੀਜਾ ਹੈ, ਈਸਰਦਾਸ ਭਰਾ ਦਾ ਪੁੱਤਰ ਹੈ। ਸਿੱਖੀ ਧਾਰਨ ਆਪਣੇ ਗੁਰੂ ਭਾਵ ਤਥਾ ਗੁਰੂ ਅਮਰਦਾਸ ਜੀ ਪਾਸੋਂ ਕੀਤੀ ਹੈ। ਬਾਣੀ ਵੀ ਸਿੱਖੀ ਹੈ, ਪੜ੍ਹੀ ਹੈ, ਵਾਰਾਂ ਲਿਖੀਆਂ, ਗੁਰੂ ਗ੍ਰੰਥ ਸਾਹਿਬ ਲਿਖਿਆ, ਕਵਿ ਸੋਹੀਏ ਲਿਖੇ, ਬੜਾ ਕੁਛ ਲਿਖਿਆ ਹੈ। ਉਹਨਾਂ ਆਪਣੀਆਂ ਵਾਰਾਂ ਵਿੱਚ ਨਾਨਕ ਹੋਸੀ ਵੀ ਸੱਚ ਤੱਕ ਦੋਵੇਂ ਥਾਈਂ ਲਿਖਿਆ ਹੈ। ਏਕਾ ਏਕ ਓਂਕਾਰ ਲਿਖਾਇਆ, ਓਂਕਾਰ ਲਿਖਾਇਆ, ਸਤਿਨਾਮ ਕਰਤਾ ਪੁਰਖ ਨਿਰਭਉ ਹੋਇ ਨਿਰਵੈਰ ਸਦਾਇਆ। ਸਤਿਨਾਮ ਕਰਤਾ ਪੁਰਖ ਨਿਰਭਉ ਹੋਇ ਨਿਰਵੈਰ ਸਦਾਇਆ। ਅਕਾਲ ਮੂਰਤ ਪ੍ਰਤਾਪ ਨਾਮ ਜੋਨੀ ਸਹਿਬ ਭੰਪਾਇਆ। ਗੁਰ ਪ੍ਰਸਾਦ ਆਸ ਜੁਗਾ ਜਗੰਤਰ ਹੁੰਦਾ ਆਇਆ। ਹੈਪੀ ਸੋਚੀ ਹੋਸੀ ਸੱਚ ਨਾਉ ਸਾਧੂ ਨੂੰ ਹਸਪਰ ਦਰਸ਼ਨ ਦਿਖਾਇਆ। ਚੰਗੀ ਤਰ੍ਹਾਂ ਦਾਸ ਨੂੰ ਯਾਦ ਨਹੀਂ। ਇਸ ਪ੍ਰਕਾਰ ਭਾਈ ਗੁਰਦਾਸ ਨੂੰ ਵੀ ਨਹੀਂ ਮੰਨਣਾ, ਬਾਬੇ ਦੀਪ ਸਿੰਘ ਮਨੀ ਸਿੰਘ ਨੂੰ ਨਹੀਂ ਮੰਨਣਾ, ਗੁਰੂ ਨਾਨਕ ਪਾਤਸ਼ਾਹ ਦੀ ਕੁਲ ਨੂੰ ਨਹੀਂ ਮੰਨਣਾ, ਅਤੇ ਸ੍ਰੀ ਚੰਦ ਦੇ ਅੱਗੇ 4 ਧੂਣਿਆਂ ਵਾਲਿਆਂ ਮਹਾਤਮਾ ਨੂੰ ਨਹੀਂ ਮੰਨਣਾ। ਫਿਰ ਤੁਹਾਡੀ ਮਰਜ਼ੀ, ਜਿਹਨੂੰ ਮਰਜ਼ੀ ਮੰਨ ਲਓ। ਕਸ਼ਾਮਦੀ ਕਰਨ ਵਾਲੇ ਜਿੱਥੇ ਜਾਣਾ, ਗੰਗਾ ਗਏ ਅਤੇ ਗੰਗਾ ਰਾਮ, ਮਥੁਰਾ ਗਏ ਅਤੇ ਮਥੁਰਾ ਦਾਸ, ਉਹਨਾਂ ਦੀ ਸਿਫਤ ਕਰੀ ਜਾਣੀ ਹੈ ਅਤੇ ਉਹਨਾਂ ਕੀ ਪੜ੍ਹ ਦੇਣਾ। ਜੇ ਕੋਈ ਪੂਰਾ ਪੜ੍ਹਨ ਦੀ ਹਿੰਮਤ ਰੱਖੂ, ਹੁਣ ਤੂੰ ਨਹੀਂ ਮੁੜ ਕੇ ਇੱਥੇ ਵੜ ਸਕਦਾ। ਇੱਥੋਂ ਤੱਕ ਜ਼ੋਰ ਲੱਗਣ ਡਿਆ ਹੈ। ਗੁਰਮੁਖਵਾਦ ਨੂੰ ਕੋਈ ਰੋਕ ਨਹੀਂ, ਜਿੰਨਾ ਮਰਜ਼ੀ ਤਗੜੇ ਹੋ ਕੇ ਪੜ੍ਹੋ, ਘੱਟ ਨਹੀਂ ਕਦੇ ਵੀ ਕਰਨਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਹੀ ਜਪੀ ਚੱਲੋ। ਐਸੇ ਦਾਸ ਇੱਕ ਵਾਰੀ ਬਟਾਲੇ ਦੇ ਇਸ ਪਾਸੇ ਕੋਈ ਮਹਾਤਮਾ ਸੀ, ਮੁੜ ਕੇ ਤੇ ਗਏ ਨਹੀਂ। ਜਿਹੜਾ ਜਾਵੇ ਉਹਨੂੰ 25-30 ਰੁਪਈਏ ਉਹ ਸੇਵਾ ਜ਼ਰੂਰ ਕਰਦਾ ਸੀ। ਇੱਕ ਸਿੰਘ ਦਾਸ ਨੂੰ ਵੀ ਲੈ ਗਿਆ, ਬੜੇ ਪਿਆਰ ਨਾਲ ਮੰਜੇ ਤੋਂ ਉੱਤਰ ਕੇ ਸਵੀਕਾਰ ਕੀਤਾ। ਪੈਸੇ ਦੇਵੇ, ਸਾਡਾ ਹੱਕ ਬਣਦਾ ਸੀ ਗ੍ਰਸਤੀਆਂ ਤੁਹਾਨੂੰ ਸੇਵਾ ਕਰਨੀ। ਨਹੀਂ, ਮੇਰਾ ਨਿਯਮ ਹੈ। ਫੁਰਨਾ ਆਇਆ ਵੀ ਇੰਨੀ ਇਹ ਮਾਇਆ ਦੇ ਕੋਲੋਂ ਆਉਂਦੀ ਕਿੱਥੋਂ ਹੈ? ਇਹ ਜ਼ਰੂਰ ਇਹਦੀ ਸਿੱਧੀ ਹੋਵੇਗੀ, ਰੱਬ ਦੀ ਦਿੱਤੀ ਹੋਈ। ਪੁੱਛਿਆ ਵੀ ਤੁਸੀਂ ਜਪਦੇ ਕੀ? ਉਹ ਕਹਿੰਦਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੇਰਾ ਇੰਨਾ ਹੀ ਜਾਪ ਹੈ, ਮੈਂ ਹੋਰ ਕੁਛ ਨਹੀਂ ਜਪਦਾ। ਇਸ ਪ੍ਰਕਾਰ ਸ਼ਕਤੀ ਇੰਨੇ ਵਿੱਚ ਵੀ ਹੈ, ਵੱਧ ਤੋਂ ਵੱਧ ਕਿਉਂ ਨਾ ਹੋਵੇਗੀ, ਵੱਧ ਹੀ ਹੋਵੇਗੀ ਨਾ, ਘੱਟ ਨਹੀਂ ਹੋ ਸਕਦੀ। ਇਸ ਤੇ ਗੁਰੂ ਨਾਨਕ ਦੀ ਕੁਲ ਵਿੱਚ ਵੀ ਇੰਨਾ ਹੀ ਹੈ। ਅਤੇ ਚਲਾਏ ਹੋਏ ਜਿਹੜੇ ਹੋਰ ਬਾਬੇ ਗੁਰਦਿੱਤੇ ਚੋਂ ਸ੍ਰੀ ਚੰਦ ਤੋਂ, ਉਹਨਾਂ ਵਿੱਚ ਵੀ ਇੰਨਾ ਹੀ ਹੈ। ਇਸੇ ਪ੍ਰਕਾਰ ਗੁਰਮੁਖੋ ਬਾਬੇ ਦੀਪ ਸਿੰਘ ਦੇ ਸਿਰ 'ਤੇ ਝਲਾਉਣ ਵਾਲਾ ਜਿਹੜਾ ਚੱਕਰ ਹੈ, ਉਹਦੇ ਦਰਸ਼ਨ ਕਾਲ ਤਖਤ ਕਰਵਾਉਂਦੇ ਨੇ। ਉਹਨੂੰ ਕਦੇ ਵਿਸ਼ੇਸ਼ ਤੌਰ 'ਤੇ ਪੁੱਛ ਲਿਓ ਵੀ ਮੂਲ ਮੰਤਰ ਕਿੰਨਾ ਲਿਖਿਆ ਹੈ, ਨਾਨਕ ਹੋਸੀ ਵੀ ਸੱਚ ਤੱਕ। ਅਤੇ ਬਾਬੇ ਦੀਪ ਸਿੰਘ ਤੋਂ ਲੈ ਕੇ 5ਵੀਂ ਪੀੜ੍ਹੀ ਸੰਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹੈਡ ਗ੍ਰੰਥੀ ਸੀ ਹਰਿਮੰਦਰ ਸਾਹਿਬ ਦਾ, ਅਤੇ ਸੋਨੇ ਨਾਲ ਸੇਵਾ ਉਦੋਂ ਹੋਈ ਹੈ। ਅਤੇ ਕਵੀ ਸੰਤੋਖ ਸਿੰਘ ਜੀ ਉਹਦਾ ਵਿਦਿਆਰਥੀ ਸੀ, ਟਕਸਾਲੀ ਸੰਤ ਸਿੰਘ ਦਾ, ਉਹਦੇ ਵੇਲੇ ਸੇਵਾ ਹੋਈ ਹੈ। ਸਾਹਮਣੇ ਜੋ ਜਾਂਦੇ ਦਰਸ਼ਨ ਰੇਹੜੀ ਤੋਂ ਹਰਿਮੰਦਰ ਸਾਹਿਬ ਦੇ ਉੱਪਰ ਲਿਖਿਆ ਹੋਇਆ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ। ਇਸ ਪ੍ਰਕਾਰ ਦੇ ਪੁਰਾਤਨ ਹੋਰ ਵੀ ਹਵਾਲਾ ਦਾਸ ਨੂੰ ਮਿਲਿਆ। ਇੱਕ ਬ੍ਰਹਮ ਰਿਖੀ ਭ੍ਰਿੰਗੂ ਰਿਖੀ ਮਹਾਤਮਾ ਹੋਇਆ ਹੈ, ਜੋਤ ਸਿੱਖ ਤੋਂ ਚੱਲਦਾ ਹੈ। ਉਸ ਤੋਂ ਪੁਰਾਣੇ ਹੋਰਨਾਂ ਤੋਂ ਵੀ ਚੱਲਦਾ ਹੈ। ਖਾਰੋ ਵਿਚਾਰ ਉਹ ਹੈ ਬ੍ਰਾਹਮਣ, ਬ੍ਰਹਮ ਰਿਖੀ। ਉਹਦੇ ਨਾਲ ਹੈ ਮੁਹੰਮਦ ਸਾਹਿਬ, ਮੁਸਲਮਾਨਾਂ ਦਾ ਖਲੀਫਾ ਅਵਤਾਰ ਮੁਹੰਮਦ ਸਾਹਿਬ। ਅਤੇ ਉਹਦੇ ਨਾਲ ਸਾਈ ਈਸਾ ਜੱਸੂ ਮਸੀਹ,
इन्हां तिन्नां महात्मा ने सचखंड चों इकट्ठियां ने आके रामपुर खेड़े वाले महापुरुष संत बाबा हरनाम सिंह जी ਉਹਨਾਂ ਨੂੰ ਦਰਸ਼ਨ ਦਿੱਤੇ, ਸਾਖਿਆਤ ਪ੍ਰਗਟ ਹੋ ਗਏ। ਤੇ ਤਿੰਨਾਂ ਨੇ ਬਚਨ ਕੀਤੇ। ਪਹਿਲੋਂ ਬਚਨ ਕੀਤਾ ਉਸ ਬ੍ਰਹਮ ਰਿਖੀ ਨੇ, ਭ੍ਰਿੰਗੂ ਨੇ, ਕਹਿੰਦਾ ਸਾਡੇ ਵੇਲੇ ਤਾਂ ਤਪ ਕਰ ਕਰਕੇ ਬੜੇ ਬੜੇ ਸਾਲ ਗੁਜ਼ਾਰ ਦਿੰਦੇ ਸਾਂ ਤੇ ਇਹਨੂੰ ਸਰਾਫ ਦੇ ਦੇ ਤੇ ਇਹਨੂੰ ਵਰ ਦੇ ਦੇ, ਈਰਖਾ ਦੀ ਅੱਗ 'ਚ ਸੜਦੇ ਰਹੇ ਸੀ। ਸਿੱਖੋ ਤੁਹਾਡੇ ਬੜੇ ਚੰਗੇ ਭਾਗ ਨੇ ਜੋ ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਬਖਸ਼ਾਂ ਕਰ ਗਏ ਨੇ। ਫਿਰ ਮੁਹੰਮਦ ਸਾਹਿਬ ਬੋਲਿਆ, ਉਹਨੇ ਉਲਾਮਾ ਦਿੱਤਾ ਵੀ ਜੋ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਸਿੱਖੋ ਦੇ ਗਏ ਆ, ਤੁਸੀਂ ਉਹਦਾ ਲਾਭ ਨਹੀਂ ਲੈ ਰਹੇ। ਭੁਲੇਖੇ ਪਾਉਣ ਵਾਲੇ ਜੋ ਬੜੇ ਮਗਰ ਲੱਗੇ ਹੋਏ ਨੇ, ਉਲਾਮਾ ਦਿੱਤਾ। ਤੇ ਫਿਰ ਜੱਸੂ ਮਸੀਹ ਬੋਲਿਆ, ਜਿਹਦੇ ਸੀਸ ਦੁਆਲੇ ਚੱਕਰ ਦਾ ਪ੍ਰਕਾਸ਼ ਸ਼ਹੀਦੀ ਹੈ, ਉਸ ਦੀ ਅੰਜੀਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਾਖਲ ਹੈ। ਪਤਾ ਨਹੀਂ ਉਹਨਾਂ ਨੂੰ ਸਾਈਆਂ ਨੂੰ ਨੇ ਮੱਥਾ ਟੇਕਣ ਆ ਕੇ ਪੜ੍ਹਨ। 4 ਕਿਤਾਬਾਂ ਦੇ ਨਾਂ ਜਿੱਥੇ ਆਉਂਦੇ ਹੈ, ਅੰਜੀਲ, ਤ੍ਰੇਤ, ਜੰਬੂਰ, ਕੁਰਾਨ ਇਹਨਾਂ ਦੇ ਨਾਂ ਨੇ। ਮੁਹੰਮਦ ਸਾਹਿਬ ਦਾ ਕੁਰਾਨ ਸ਼ਰੀਫ ਹੈ, ਵੱਖਰੇ ਵੱਖਰੇ ਖਾਰੋ ਵਿਚਾਰ। ਉਸ ਨੇ ਕੀ ਕਿਹਾ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ, ਕਹਿੰਦਾ ਮੈਂ ਚਾਹੁੰਦਾ ਮੇਰੀ ਉਮਤ, ਇਹ ਗੋਰੇ ਸਾਈ ਜਿਹੜੇ ਕਹਾਉਂਦੇ ਨੇ, ਇਹ ਗੁਰੂ ਨਾਨਕ ਦੇ ਸਿੱਖ ਬਣ ਜਾਣ, ਇਹਨਾਂ ਦਾ ਭਲਾ ਹੋ ਜੇ। ਇਹਨਾਂ ਦਾ ਕਿੱਲ ਕਿੱਲ ਕੇ ਭੁਲੇਖੇ ਪਾ ਪਾ ਕੇ ਜ਼ੋਰ ਲੱਗੀ ਜਾਂਦਾ ਹੈ ਕਿ ਤੁਸੀਂ ਸਾਈ ਬਣ ਜਾਓ। ਕਿਸ ਤਰ੍ਹਾਂ ਰੱਬ ਦੀ ਪ੍ਰਾਪਤੀ ਕਰਨੀ ਹੈ, ਕਿਸੇ ਕੌਮ ਦੀ ਕਰਨੀ ਹੈ, ਰੱਬ ਦੀ ਕਰਨੀ, ਉਹ ਇੱਕ ਹੀ ਹੈ, ਸਾਰਿਆਂ ਜੀਆਂ ਦਾ ਇੱਕ ਹੀ। ਆਰੰਭ 'ਚ ਬੇਨਤੀ ਕੀਤੀ ਹੈ। ਇਸ ਪ੍ਰਕਾਰ ਗੁਰਮੁਖ ਹਵਾਲੇ ਨੇ ਮੂਲ ਮੰਤਰ ਦੇ ਮੁਤਲਕ ਇਹਦੀਆਂ ਸਾਰੀਆਂ ਪੰਕਤੀਆਂ ਕਾਲ ਨਿਰੰਕਾਰ ਨਾਲ ਜੁੜਦੀਆਂ, ਕਿਸੇ ਬੰਦੇ ਨਾਲ ਨਹੀਂ। ਇੱਕ ਅਦੁੱਤੀ ਹੈ, ਓਂਕਾਰ ਚਾਰ ਤੇ ਰੱਖਿਆ ਕਰਦਾ ਹੈ, ਸਤ ਨਾਸ ਤੋਂ ਰਹਿਤ ਹੈ। ਬਾਕੀ ਸਾਰੀ ਸ੍ਰਿਸ਼ਟੀ ਦ੍ਰਿਸ਼ਟਮਾਨ ਹੈ, ਸਗਲ ਮਥੇਨਾ ਮਿਥਿਆ ਝੂਠੀ ਨਾਸਵਾਨ। ਤਰਤ ਪਤਾਲ ਆਕਾਸ਼ ਹੈ, ਚੰਦ ਸੂਰ ਬਿਨਾਸੀ। ਬਾਦਸ਼ਾਹ ਸ਼ਾਹ ਮਰਾਬ ਖਾਨ ਟਹਿ ਡੇਰੇ ਜਾਸੀ। ਰੰਗ ਤੋਂ ਗਰੀਮਾ ਸਭ ਲੋਕ ਸੁਦਾਸੀ। ਕਾਜੀ ਸੇਖ ਮਸਾਇਕਾ ਸਭੇ ਉੱਠ ਜਾਸੀ। ਪੀਰ ਪਕੰਬਰ ਔਲੀਏ ਕੋ ਥਿਰ ਨ ਰਹਾਸੀ। ਬਰੋਜਾ ਬਾਂਗ ਨਵਾਜ ਕਦੇ ਬਿਨ ਬੁੱਝੇ ਸਭ ਜਾਸੀ। ਜੋਧੀ ਸੇ ਸੋ ਬਿਨ ਸੜਾ ਸਭ ਬਿਨ ਸਬਣਾਸੀ। ਫਿਰ ਪਾਰ ਬ੍ਰਹਮ ਪਰਮੇਸ਼ਰ ਸੇਵਕ ਸਿਰ ਹੋਸੀ। ਉਸ ਅਕਾਲ ਨਿਰੰਕਾਰ ਤੋਂ ਬਿਨਾਂ, ਈਸ਼ਵਰ ਤੋਂ ਬਿਨਾਂ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ। ਮੰਡਪ ਕੂੜ ਮਾੜੀ ਕੂੜ ਬੈਸਣਹਾਰ। ਕੂੜ ਸੋਏ ਨਾ ਕੂੜ ਰੂਪਾ ਕੂੜ ਪਹਿਨਣਹਾਰ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਕੂੜ ਮੀਆਂ ਕੂੜ ਬੀਬੀ। ਸਾਰਾ ਸਲੋਕ ਪੜ੍ਹ ਲਿਓ। ਸਭ ਕੁਛ ਹੀ ਕੂੜ ਤੇ ਝੂਠ ਤੇ ਨਾਸਵਾਨ ਹੈ। ਸਥਿਰ ਨਹੀਂ, ਸਤ ਇੱਕ ਅਕਾਲ ਪੁਰਖ ਹੀ ਹੈ। ਜਿਸੇ ਸੱਸਾ ਤੱਤੇ ਨੂੰ ਸਿਹਾਰੀ ਹੈ। ਆਮ ਲਿਖਣ ਦੀ ਨਹੀਂ ਲੋੜ ਪੈਂਦੀ, ਬਾਣੀ ਵਿੱਚ ਹੈ। ਉਸ ਵਿੱਚ ਈੜੀ ਦੀ ਆਵਾਜ਼ ਹੈ ਤੇ ਉਹ ਸਿਹਾਰੀ ਕਹਿੰਦੀ ਵੀ ਈਸ਼ਵਰ ਸੱਤ ਹੈ, ਉਸ ਤੋਂ ਬਿਨਾਂ ਸਭ ਅਸਤ ਨੇ, ਨਾਸਮਾਨ ਨੇ। ਇਸ ਪ੍ਰਕਾਰ ਨਾਮ ਉਸ ਦਾ ਪ੍ਰਸਿੱਧ ਹੈ, ਨਹੀਂ ਮਿਟਣਾ, ਸਦਾ ਬਣਿਆ ਰਹਿਣਾ। ਉਹ ਕਰਨ ਵਾਲਾ, ਬਣਾਉਣ ਵਾਲਾ ਸਾਰੀ ਸ੍ਰਿਸ਼ਟੀ ਨੂੰ ਪੈਰਾਂ ਦੇ ਨੌਵਾਂ ਤੋਂ ਸਿਰ ਤੱਕ, ਤੇ ਉਹਦਾ ਬਣਿਆ ਰਹਿਣ ਦਿਓ। ਸਾਬਤ ਸੂਰਤ ਵਿਗਾੜੋ ਨਾ। ਕੌਮਾਂ ਦੀਆਂ ਕੌਮਾਂ, ਮੁਸਲਮਾਨ, ਈਸਾਈ, ਹਿੰਦੂ, ਬਹੁਤ ਗਿਣਤੀ ਲਾਈ ਜਾਓ ਜ਼ੋਰ, ਮੰਨੀ ਚੱਲੋ, ਫਿਰ ਆਉਣੋਂ ਹਟ ਜਾਊ। ਦਾੜੀ ਤੇ ਮੁੱਛਾਂ ਤੇ ਭਾਵ ਸਿਰ ਦੇ ਵਾਲ। ਮਰਦ ਬਿਨਾ ਸਮਸ ਦਸਤਾਰ ਇੰਦ ਔਰਤ ਪਰੇ ਨਿਹਾਰ। ਦਾੜੀ ਬੰਦਗੀ ਐਨ ਖੁਦਾਈ ਪਹਾਣਾ। ਮੰਨੋ ਤੇ ਰਹਿਣ ਤੋਂ ਬਣਿਆ ਸਰੀਰ ਪਰਮੇਸ਼ਰ ਦਾ ਬਣਾਇਆ। ਇਸ ਪ੍ਰਕਾਰ ਸਤ ਨਾਮ ਉਸ ਦਾ ਪ੍ਰਸਿੱਧ ਹੈ, ਤੇ ਕਰਤਾ ਕਰਨ ਵਾਲਾ, ਤੇ ਕਰ ਨਾਮ ਹੱਥ ਦਾ, ਤੇ ਤਾ ਨਾਮ ਡੋਰ ਦਾ ਹੈ। ਪ੍ਰਭ ਡੋਰੀ ਹੱਥ ਤੁਮਾਰੇ, ਜੇ ਕਰਾਵੇਂ ਸੋ ਕਰਨਾ। ਨਾਨਕ ਦਾਸ ਤੇਰੀ ਸਰਣਾ। ਪ੍ਰਭ ਡੋਰੀ ਹੱਥ ਤੁਮਾਰੇ। ਸਾਰੇ ਜੀਵਾਂ ਦੀ ਪਰਾਲਬਤ ਰੂਪੀ ਡੋਰ। ਉਸ ਕਰਨਾ ਵੀ ਆਹ ਕੰਮ ਕਰੋਗੇ ਤੇ ਆਹ ਸਜ਼ਾਵਾਂ ਮਿਲਣਗੀਆਂ, ਆਹ ਕਰੋਗੇ ਤੇ ਆਹ ਸੁੱਖ ਮਿਲੂਗਾ। ਇਹ ਕਰਤੇ ਦੇ ਭਾਵ ਅਰਥ ਨੇ, ਇੰਨੇ ਨਹੀਂ ਬਹੁਤੇ ਨੇ। ਤੇ ਪੁਰਖ ਨਾਮ ਹੈ ਮਰਦ ਦਾ। ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸੁਭਾਈ। ਕਹੋ ਕਬੀਰ ਹਮ ਵਿਆਹੇ ਚੱਲੇ ਹੈ, ਪੁਰਖ ਏਕ ਭਗਵਾਨਾ। ਤੇ ਪੂ ਨਾਮ ਪਾਪਾਂ ਦਾ, ਤੇ ਰੱਖ ਨਾਮ ਰੱਖਿਆ ਕਰਨ ਦਾ, ਪਾਪਾਂ ਤੋਂ ਰੱਖਿਆ ਕਰੋ। ਤੇ ਪੁਰ ਨਾਮ ਪੁਰੀਆਂ ਸਰੀਰਾਂ ਰੂਪੀ, ਤੇ ਖੋ ਨਾਮ ਕਾਸ਼ ਦਾ। ਕਾਸ਼ ਦੀ ਤਰ੍ਹਾਂ ਸਾਰੀ ਥਾਈਂ ਮੌਜੂਦ ਹੈ ਉਹਦੀ ਚੇਤਨ ਸੱਤਾ ਜੋਤ। ਕਰਤਾ ਪੁਰਖ ਨਿਰਭਉ, ਉਹਨੂੰ ਕਿਸੇ ਦਾ ਭੈ ਡਰ ਨਹੀਂ। ਉਹ ਨਿਰਵੈਰ, ਉਹਨੂੰ ਕਿਸੇ ਨਾਲ ਵੈਰ ਨਹੀਂ। ਇਸ ਪ੍ਰਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ। ਉਹਦੀ ਮੂਰਤੀ ਦਾ ਕਾਲ ਨਹੀਂ ਹੋਣਾ, ਆ ਰਹਿ ਤੇ ਕਾਲ ਤੋਂ। ਬਾਕੀ ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ। ਕਾਲ ਕਾ ਕੀ ਆਤਮਾਸ਼ਾ। ਨਾ ਦਾਸ ਰਹਿੰਦਾ, ਨਾ ਤੁਸੀਂ ਕਹਿੰਦੇ ਹੋ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੈ ਕਿ ਇਹਦੇ ਉੱਤੇ ਕੋਈ ਹੈਗਾ ਨਵਾਂ ਜੰਮਿਆ ਤੇ ਫਿਰ ਤੁਹਾਡੀ ਮਰਜ਼ੀ ਲੱਗ ਜਾਓ ਮਗਰ।
ਉਹ ਭੁਲੇਖੇ ਪਾ ਪਾ ਕੇ ਆਪ ਨਾ ਜਦ ਜਾਣਾ ਜਾਣਾ ਤੁਹਾਨੂੰ ਵੀ ਨਾਲ ਹੀ ਖੜਨਗੇ। ਜਿਵੇਂ ਰਧਾਈ ਕੇ ਸੱਪ ਸੀ ਬਹੁਤ ਵੱਡਾ, ਛੇਵੇਂ ਪਾਸੇ ਦੇ ਚਰਨਾਂ 'ਚ ਹਾਜ਼ਰ ਹੋਇਆ, ਤੁਰ ਨਹੀਂ ਸੀ ਉਹਦੇ ਕੋਲੋਂ ਹੁੰਦਾ। ਹਜ਼ੂਰ ਨੇ ਚਰਨ ਸੁਹਾਇਆ ਤੇ ਮਰ ਗਿਆ, ਤੇ ਸਾਰੇ ਸਰੀਰ ਛਾਨਣੀ ਛਾਨਣੀ ਹੋਇਆ, ਕੀੜੇ ਕੀੜੇ ਉਹਦੇ ਵਿੱਚ। ਸਿੱਖਾਂ ਪੁੱਛਿਆ ਮਹਾਰਾਜ ਸਾਹਿਬ ਕੀ ਕਹੋ? ਤਾਂ ਕਹਿੰਦੇ ਦੇਹ ਧਾਰੀ ਗੁਰੂ ਸੀ, ਕਹਿੰਦਾ ਮੈਂ ਮੁਕਤ ਹੋਵਾਂ ਤੁਹਾਨੂੰ ਮੁਕਤ ਕਰੂੰ। ਇਹਨਾਂ ਦੀ ਮਾਇਆ ਖਾਧੀ ਸੀ, ਉਹ ਕੀੜੇ ਬਣ ਕੇ ਇਹਨੂੰ ਖਾ ਰਹੇ ਨੇ। ਇਹੋ ਕਿ ਸਾਡੇ ਨਾਲ ਨਾ ਕਦੇ ਹੋਵੇ। ਅਕਾਲ ਨਿਰੰਕਾਰ ਦੇ ਪੁਜਾਰੀ ਬਣੋ, ਉਹਦੇ ਬਣਾਇਆਂ ਨਾਲ ਵੈਰ ਨਾ ਕਰੋ, ਸੱਚਾ ਮਿੱਠਾ ਬੋਲੋ ਤੇ ਮਿਲ ਕੇ ਚੱਲੋ। ਜਿੰਨੇ ਅਵਤਾਰ ਪੈਗੰਬਰ ਆਏ ਆ ਉਸੇ ਨੇ ਭੇਜੇ, ਜਿੰਨੀ ਸ਼ਕਤੀ ਦਿੱਤੀ ਤੇ ਤੁਹਾਨੂੰ ਸਮਰੱਥਾ ਦਿੱਤੀ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਕਿਤੇ ਵੀ ਨਹੀਂ ਕਿਹਾ ਮੇਰੀ ਮੂਰਤੀ ਰੱਖ ਲਿਓ, ਮੈਨੂੰ ਪੂਜਿਓ, ਮੈਨੂੰ ਯਾਦ ਕਰਿਓ, ਮੈਨੂੰ ਚੇਤੇ ਕਰਿਓ, ਮੈਂ ਸਿਆਤਾ ਨਹੀਂ। ਦਾਸ ਨੀਚ ਆਪਣੇ ਆਪ ਨੂੰ ਕਹਾਇਆ ਹੈ। ਉਹ ਕਰਤਾ ਪੁਰਖ ਨਿਰਭਉ, ਉਹਨੂੰ ਭੈ ਡਰ ਨਹੀਂ ਕਿਸੇ ਦਾ। ਤੇ ਤੁਸੀਂ ਵੀ ਰਹਿਤ ਹੋਣਾ ਨਿਰਭਉ ਜਪੇ ਸਗਲ ਭਉ ਮਿਟੇ। ਨਿਰਭਉ ਨੂੰ ਜਪੋਗੇ ਤੇ ਭਉ ਤੁਹਾਡੇ ਡਰ ਮਿਟ ਜਾਣ। ਨਿਰਭਉ ਨਿਰਵੈਰ, ਉਹਦਾ ਕਿਸੇ ਨਾਲ ਵੈਰ ਨਹੀਂ, ਉਹਦੀ ਕਿਸੇ ਨਾਲ ਈਰਖਾ ਨਹੀਂ, ਉਹਦੇ ਵਿੱਚ ਕੋਈ ਵੈਲਦਾਰੀ ਨਹੀਂ, ਉਹਨੂੰ ਕੋਈ ਗਲਤ ਅਮਲ ਨਹੀਂ ਲੱਗਾ ਹੋਇਆ। ਨਿਰਭਉ ਨਿਰਵੈਰ ਅਕਾਲ, ਉਹਦੀ ਮੂਰਤੀ ਸਾਰੀ ਸ੍ਰਿਸ਼ਟੀ ਹੈ। ਉਹ ਰਹਿੰਦਾ ਕਿੱਥੇ? ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਖਲਕਤ ਖਾਲਕ ਕੀ ਜਾਣ ਕੇ, ਖਲਕ ਦੁਖਾਵੇ ਨਾਹੀਂ, ਖਲਕ ਦੁਖੇ ਨਾ ਦਲਾਲ ਜੀ, ਖਾਲਕ ਕੋਪੇ ਤਾਹੇ। ਕੋਪੇ ਨਾਮ ਗੁੱਸੇ ਹੋਣ ਦਾ ਹੈ। ਉਹਦੀ ਬਣਾਈ ਖਲਕਤ ਨੂੰ ਦੁਨੀਆ ਨੂੰ ਦੁਖੀ ਕਰੇਗਾ ਤੇ ਖਾਲਕ ਕੋਪੇ ਗੁੱਸੇ ਹੋ ਗਿਆ, ਜਾਏਗਾ ਕਿੱਧਰ? 14 ਲੋਕ ਜਾਹੇ ਜਾ ਕੇ ਬਸ ਕਿੰਨੇ ਤਾਂ ਤੇ ਕਹਾਂ ਪਲੈ ਹੈ, ਬਿਨ ਹਰ ਨਾਮ ਨਾ ਬਾਚਨ ਪੈ ਹੈ। 10ਵੇਂ ਪਾਤਸ਼ਾਹ ਦੇ ਬਚਨ ਨੇ, ਰਾਮ ਰਹੀਮ ਬਾਰ ਨਾ ਸਾਕੇ ਜਾਂ ਕਰ ਨਾਮ ਰਟੈ ਹੈ। ਕੋਈ ਰਾਮ ਰਹੀਮ, ਕੋਈ ਬੰਦਾ, ਕੋਈ ਅਵਤਾਰ ਦੇਵਤਾ ਨਹੀਂ ਬਚਾ ਸਕਦਾ। ਉਸ ਕਰਤੇ ਪੁਰਖ ਦੀ ਕਿਰਪਾ ਮੰਗਣੀ ਚਾਹੀਦੀ ਦਿਨੇ ਰਾਤ। ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੇ ਪੁਕਾਰ। ਨਿਰਵੈਰ ਅਕਾਲ ਮੂਰਤ, ਉਹਦੀ ਮੂਰਤੀ ਕਾਲ ਦੇ ਚੱਕਰ 'ਚ ਨਹੀਂ ਆ ਰਹਿਤ ਹੈ। ਕਾਲ ਤੋਂ ਅਕਾਲ ਮੂਰਤ ਅਜੂਨੀ, ਜੂਨਾਂ ਤੋਂ ਆ ਰਹਿਤ ਹੈ। 84 ਲੱਖ ਜੂਨ ਦੀ ਉਹ ਗਿਣਤੀ ਵਿੱਚ ਨਹੀਂ। ਨਿਰੰਕਾਰ ਕਾਰ ਵਜੂਦ ਕੋਈ ਨਹੀਂ। ਤੇ ਫਿਰ ਕਿਹੜੇ 'ਚ ਵੇਖਾਂਗੇ? ਉਹਨੂੰ ਕਿੱਦਾਂ ਵੇਖਾਂਗੇ? ਜਿਹੜੀ ਸਰਦਾ ਬਣਾਓਗੇ ਉਸੇ 'ਚ ਦਿਸ ਪਊ। ਉਸੇ ਰੂਪ ਉਹ ਰੂਪ ਉਸੇ ਵੇਲੇ ਧਾਰ ਕੇ ਸਾਹਮਣੇ ਖੜਾ ਹੋਊ। ਜੇ ਤੁਹਾਡੀ ਨਿਸ਼ ਰਾਸ ਹੋਵੇਗੀ ਤੇ ਉਹ ਤੁਹਾਡੇ ਤੋਂ ਵੱਖ ਨਹੀਂ ਤੇ ਦੂਰ ਨਹੀਂ। ਇਸ ਪ੍ਰਕਾਰ ਹਾਥ ਪੈ ਨੇੜੇ ਸਹਿਜੇ ਹੋਏ ਸੋਏ, ਹਰਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ। ਤੇ ਨਰ ਦੋਚਕ ਜਾਹੋਗੇ ਸਤ ਪਾਖੇ ਰਬਦਾਸ। ਭਗਤ ਰਬਦਾਸ ਜੀ ਦਾ ਇਹ ਬਚਨ ਹੈ ਬਾਣੀ ਵਿੱਚ। ਤੇ ਵੱਖਰੀ ਮੰਡਲੀ ਢਿੰਗੜੀ ਵਿੱਢੀ ਫਿਰਦੇ ਨੇ। ਰਬਦਾਸ ਕਹਿੰਦਾ ਨਰਕਾਂ ਨੂੰ ਜਾਓਗੇ। ਹਰੀ ਹੀਰਾ ਹੈ, ਉਹਨੂੰ ਨਾ ਛੱਡੋ, ਉਹਦੇ ਨਾਲ ਚਰਨੀ ਲੱਗੋ। ਬਾਕੀ ਉਹਦੇ ਬਣਾਏ ਸ਼ਕਤੀਆਂ ਉਹਦੀਆਂ ਦਿੱਤੀਆਂ ਹੋਈਆਂ। ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ ਮੀਕਾ ਕਾਖਾ। ਰਤਨ ਗਾ ਗੁਰ ਸਾਧੂ ਦੇਖਤ ਰਤਨ ਬਕਾਨੋ ਲਾਖਾ। ਕਾਲ ਮੂਰਤ ਅਜੂਨੀ ਸਹਿ ਭੰਗ ਦਾ ਅਰਥ ਸੁਤੇ ਪ੍ਰਕਾਸ਼। ਬੀਓ ਪੂਛ ਨਾ ਮਸਲਤ ਧਰੇ, ਜੋ ਕੁਛ ਕਰੇ ਸੋ ਆਪੇ ਕਰੇ। ਬੀਓ ਨਾਮ ਦੂਜੇ ਦਾ, ਦੂਜੇ ਦੀ ਸਲਾਹ ਨਹੀਂ ਲੈਂਦਾ, ਮਸਲ ਸਲਾਹ ਨਹੀਂ ਲੈਂਦਾ, ਜੋ ਕੁਛ ਕਰਨਾ ਆਪੇ ਕਰੀ ਜਾਂਦਾ ਹੈ। ਇਸ ਪ੍ਰਕਾਰ ਕਾਲ ਮੂਰਤ ਅਜੂਨੀ, ਜੂਨਾਂ ਤੋਂ ਆ ਰਹਿਤ ਹੈ। 84 ਲੱਖ ਜੂਨ ਵਿੱਚ ਨਹੀਂ, ਚੌਵਾਂ ਖਾਣੀਆਂ ਵਿੱਚ ਨਹੀਂ, ਜੰਮਣ ਮਰਨ ਵਿੱਚ ਨਹੀਂ, ਬਾਲਾ ਬੁੱਢਾ ਨਹੀਂ। ਉਹ ਨਾ ਬਾਲਾ ਬੁੱਢਾ ਭਾਈ, ਬੁੱਢਾ ਵੀ ਨਹੀਂ ਹੁੰਦਾ ਤੇ ਬਾਲਕ ਵੀ ਨਹੀਂ। ਇਸ ਪ੍ਰਕਾਰ ਨਿਰੰਕਾਰ ਕਾਲ ਗੰਮੀ ਸ਼ਕਤੀ। ਬੜਾ ਰੌਲਾ ਪਿਆ, ਕਰੋਨਾ ਆ ਗਿਆ। ਕਰੋਨਾ ਨਹੀਂ ਆਇਆ, ਕਰੋਪੀ ਆਈ ਹੈ। ਰੱਬ ਨੂੰ ਭੁੱਲ ਚੁੱਕੇ ਨੇ ਲੋਕ, ਮਨਾਈਆਂ ਕਰਦੇ, ਮਾਇਆ ਦੇ ਪਾਸ਼ਕ ਬਣੇ, ਮਾਇਆ ਦੇ ਕੀੜੇ। ਇਸ ਪ੍ਰਕਾਰ ਦੁੱਖ ਸਹਾਰਨੇ। ਹੋਰ ਵੀ ਕਈ ਕੁਛ ਕਰ ਸਕਦਾ ਹੈ। ਸਹਿ ਭੰਗਦਾਰਥ ਹੈ ਸੁਤੇ ਪ੍ਰਕਾਸ਼। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਮਾਸਟਰਾਂ ਤੋਂ ਕੰਨ ਪਟਾਉਣ ਦੀ ਲੋੜ ਨਹੀਂ, ਡਿਗਰੀਆਂ ਕਰਨ ਦੀ ਲੋੜ ਨਹੀਂ। ਕਰਕੇ ਛਿਲੇ ਕੱਢ ਕੇ ਤੇ ਫਿਰ ਗੁਰੂ ਬਣ ਕੇ ਬਹਿ ਜਾਓ। ਇਹ ਕੁਛ ਹੋਣ ਡਿਆ ਕਿ ਤੁਹਾਡੇ ਸਾਹਮਣੇ ਕਿ ਨਹੀਂ? ਦੱਸੇ ਕੌਣ, ਕਮਾਏ ਕੌਣ ਤੇ ਕਹੇ ਕੌਣ? ਅਜੂਨੀ ਸਹਿ ਭੰਗ ਗੁਰ, ਗੁਰ ਨਾਮ ਹੈ ਵੱਡੇ ਦਾ। ਵੱਡਾ ਕਾਲ ਪੁਰਖ ਤੋਂ ਵੱਡਾ ਹੋਰ ਕੋਈ ਨਹੀਂ। ਜੇ ਵੱਡ ਭਾਵ ਹੈ ਤੇ ਵੱਡ ਹੋਏ। ਜਿੱਡਾ ਵੱਡਾ ਨੂੰ ਭਾਵੇ ਉੱਡਾ ਹੀ ਵੱਡਾ। ਮਗਰ ਪ੍ਰਮਾਣ ਹਵਾਲੇ ਨੇ, ਹੁਣ ਹੋਰ ਨਾ ਦਈਏ। ਸਹਿ ਭੰਗ ਗੁਰ ਪ੍ਰਸਾਦ, ਪ੍ਰਸਾਦ ਨਾਮ ਹੈ ਕਿਰਪਾ ਦਾ। ਉਹਦੀ ਕਿਰਪਾ ਹੀ ਮੰਗਣੀ ਚਾਹੀਦੀ ਹੈ ਸਦਾ। ਤੇ ਮੰਗੀਏ ਤੇ ਫਿਰ ਦੇ ਵੀ ਦਿੰਦਾ ਹੈ। ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੇ ਪੁਕਾਰ। ਇਸ ਪ੍ਰਕਾਰ ਗੁਰ ਪ੍ਰਸਾਦ
सो परमेश्वर करता पुरख इन्हां नावां वाला आरंभ च बेनती की भी आदि सृष्टि नहीं सी बनी उदों भी सच्चा सी, परलो हो गई तो फिर भी सच्चा है। नित परलो निमित निरभव निरवैर अकाल मूरत आ सच्चे पातशाह दे सारे नाम काल निरंकार नाल ही जुड़दे ने। आदि सच जुगाद जुग रचे गए तां भी सच, जुगाद सच है भी हुण भी सच, ते आउण वाले समय च भी नानक होसी भी सच। इत्थे ਏਕਾ ਲਾਇਆ। ਇਹ ਸਾਰੀ ਇੱਕ ਪੌੜੀ ਹੈ। ਗੁਰਪ੍ਰਸਾਦ ਦੇ ਬਰਕਤਾਂ ਦਿੱਤੀਆਂ ਵੀ ਪਹਿਲੀ ਕਾਲ ਪੁਰਖ ਦੀ ਦੇਣ ਹੈ, ਤੇ ਮਗਰਲੀ ਗੁਰੂ ਨਾਨਕ ਪਾਤਸ਼ਾਹ ਦੀ ਦੇਣ ਹੈ, ਤੇ ਸਾਰਾ ਇੱਕ ਮੂਲ ਮੰਤਰ ਹੈ। ਕਿੰਨੀ ਥਾਈਂ ਸਿੱਧ ਕਰਨ ਵਾਸਤੇ ਬੇਨਤੀ ਕੀਤੀ ਹੈ ਵੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੂੰ ਨਹੀਂ ਮੰਨਦਾ, ਜਿਹੜਾ ਕਲਗੀਧਰ ਪਿਤਾ ਨੂੰ ਨਹੀਂ ਮੰਨਦਾ, ਚਲਾਈਆਂ ਟਕਸਾਲਾਂ ਨੂੰ ਨਹੀਂ ਮੰਨਦਾ, ਦਲਾਂ ਨੂੰ ਨਹੀਂ ਮੰਨਦਾ, ਬ੍ਰਹਮ ਗਿਆਨੀਆਂ ਨੂੰ ਨਹੀਂ ਮੰਨਦਾ, ਉਹਨਾਂ ਦੀ ਆਪਣੀ ਮਰਜ਼ੀ, ਜਿੰਨਾ ਮਰਜ਼ੀ ਜਪ ਲਓ। ਸ਼ਕਤੀ ਘੱਟ ਵਿੱਚ ਵੀ ਹੈ ਤੇ ਸ਼ਕਤੀ ਵੱਧ 'ਚ ਵੱਧ ਹੈ। ਸਤਿਗੁਰੂ ਕਿਰਪਾ ਕਰਨ ਇਹ ਮੂਲ ਮੰਤਰ ਪੰਜ ਪਿਆਰੇ ਬਲਾਖੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਖੜੇ ਹੋ ਕੇ ਭਾਵੇਂ ਪਹਿਲੇ ਆਉਂਦਾ ਹੀ ਹੁੰਦਾ ਹੈ, ਇਹ ਨਾਮ ਦਿੰਦੇ ਨੇ। ਇਸ ਤੋਂ ਉਪਰੰਤ ਗੁਰਮੰਤਰ ਵਾਹਿਗੁਰੂ ਮੰਤਰ ਦਿੰਦੇ ਨੇ। ਇਸ ਦੀ ਵਿਚਾਰ ਕੱਲ੍ਹ ਦੇ ਦੀਵਾਨ 'ਚ ਮਹਾਰਾਜ ਸਾਹਿਬ ਕਿਰਪਾ ਕਰਕੇ ਲੈ ਲੈਣ। ਪ੍ਰੰਤ ਹੋਰ ਵੀ ਵਿਚਾਰਾਂ ਨੇ, 3 ਦਿਨ ਵਾਸਤੇ ਹੁਕਮ ਲੱਗਾ ਦਾਸ ਨੂੰ, ਤੇ ਮਿਲ ਕੇ ਵਿਚਾਰਾਂ ਕਰੀਏ। ਗੁਰਮੁਖ ਰਿਕਾਰਡ ਕਰੀ ਜਾਂਦੇ ਨੇ। ਦੇਸਾਂ ਤੇ ਪ੍ਰਦੇਸਾਂ ਵਿੱਚ ਸੰਗਤਾਂ ਦੀ ਮੰਗ ਮਹਾਰਾਜ ਸਾਹਿਬ ਪੂਰੇ ਕਰ ਰਹੇ ਨੇ। ਵੀਰ ਅਵਤਾਰ ਸਿੰਘ ਕੈਨੇਡਾ ਵਿਖੇ ਤੇ ਹੋਰ ਸਰੋਤਾ ਜਨ ਸੰਗਤਾਂ ਹੁਕਮ ਲੱਗਾ ਸੀ ਘਰੇ ਕਰੀ ਜਾਓ। ਸੰਗਤਾਂ ਨਾਲ ਸਾਹਮਣੇ ਹੋਣ, ਗੁਰੂ ਤਾਬਿਆਂ ਨਾਲ ਬੈਠੀਏ ਤੇ ਮੂਡ ਹੀ ਨਹੀਂ ਬਣਦਾ, ਬੋਲਣ ਨੂੰ ਜੀ ਨਹੀਂ ਕਰਦਾ। ਸੰਗਤ ਗੁਰੂ ਸਾਹਮਣੇ ਬੈਠੀ ਗੁਰੂ ਰੂਪ ਕਿਹਾ ਜਾਂਦਾ ਹੈ। ਜਹੈ ਸਤਿਗੁਰ ਤਹੈ ਸਤ ਸੰਗਤ ਬਣਾਈ। ਜੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਸਾਹਮਣੇ ਬੈਠੇ ਤੇ ਗੁਰੂ ਕੀ ਸੰਗਤ ਹੈ, ਤੇ ਜੇ ਕਿਸੇ ਭੜਪੂੰਜੇ ਬੰਦੇ ਦੇ ਸਾਹਮਣੇ ਬੈਠੇ ਆ ਫਿਰ ਗੁਰੂ ਦੀ ਸੰਗਤ ਨਹੀਂ। ਆਮ ਕਤਰ ਹੋ ਜਾਓ ਫਿਰ ਵੀ ਗੁਰੂ ਕੀ ਸੰਗਤ ਨਹੀਂ। ਸਤਸੰਗ ਹੋ ਸਕਦੀ, ਚੰਗੀ ਸੰਗਤ ਹੋ ਸਕਦੀ ਹੈ। ਸਤਿਗੁਰੂ ਕਿਰਪਾ ਕਰਨ, ਪੜ੍ਹਿਆ ਸੁਣਿਆ ਥਾਂ ਪਾਉਣ, ਸਿੱਖੀ ਸਦਕ ਭਰੋਸਾ ਨਾਮ ਦੀ ਦਾਤ ਪ੍ਰਾਪਤ ਹੋਵੇ। ਕੱਲ੍ਹ ਦੇ ਦੀਵਾਨ 'ਚ ਮਹਾਰਾਜ ਸਾਹਿਬ ਗੁਰਮੰਤਰ ਦੀ ਸੇਵਾ ਲੈਣਗੇ। ਫਿਰ ਹੋਰ ਕੁਝ ਜਿਵੇਂ ਭਾਵੇਗਾ ਕਿਹਾ ਜਾਊ। ਰਸਨਾ ਸਫਲੀ ਕਰੋ, ਪਿਆਰ ਨਾ ਕਹੋ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।